ਤੁਹਾਨੂੰ ਹੈਰਾਨੀ ਨਹੀਂ ਹੁੰਦੀ ਵੀ ਤੁਸੀਂ ਪੁਲਿਸ ਮੁਲਾਜ਼ਮ ਹੈਗੇ ਹੋ, ਬਤੌਰ ਐਸਆਈ ਸੇਵਾਵਾਂ ਦੇ ਰਹੇ ਹੋ, ਤੁਹਾਡੇ ਨਾਲ ਇਹ ਕੁਝ ਹੋ ਰਿਹਾ ਹੈ ਤਾਂ ਇਹ ਬਾਕੀ ਆਮ ਲੋਕਾਂ ਦੇ ਨਾਲ ਕੀ ਕੁਝ ਕਰਦੇ ਹੋਣਗੇ? ਬਸ ਇਹ ਫਰਾਡ ਕਿਸਮ ਦੇ ਆਦਮੀ ਹੈ ਜੀ, ਅੱਖੀਂ ਘੱਟਾ ਪਾ ਜਾਂਦੇ, ਮਤਲਬ ਸਾਰੇ ਤਾਂ ਇਸ ਤਰ੍ਹਾਂ ਦੇ ਇਹ ਨਹੀਂ ਹੁੰਦੇ, ਪਰ ਇਹੋ ਜਿਹੇ ਕੁਛ ਚੰਦ ਬੰਦੇ ਆ ਜਿਹੜੇ ਮਤਲਬ ਜਲੀਲ ਕਰਦੇ ਆ। 480 ਤੋਂ 385 ਤੇ ਕਿਉਂ ਆਏ? ਉਹ ਬਸ ਉਹਨਾਂ ਨੇ ਸਾਨੂੰ ਕਹਿੰਦੇ ਵੀ ਇੰਨੇ ਨਿਕਲਦੇ ਆ, ਕਢਾ ਲਓ, ਇਹ ਜੇ ਬੰਦਿਆਂ ਤੋਂ ਤਾਂ ਇੰਨੇ ਵੀ ਨਹੀਂ ਮਿਲਣ ਦੀ ਆਸ ਨਹੀਂ ਹੁੰਦੀ। ਇਹ ਗੱਲ ਕਿਹਨੇ ਕੀਤੀ ਤੁਹਾਨੂੰ? ਇਹ ਰਜੀਵ ਐਸਐਚਓ ਹੈ ਮਡੌਰ ਥਾਣੇ ਦਾ, ਮਾਲੀ 7 ਫੇਸ ਚ। ਨੰਬਰ ਬਲੌਕ ਲਿਸਟ ਪਾਉਣ ਵਾਲਾ ਕੀ ਰਿਵਾਜ ਆ, ਉਹ ਤਾਂ ਕੱਢੋ ਨਾ। ਤੁਸੀਂ ਮੇਤੋਂ ਵੀ ਲੈਣਾ ਯਾਰ, ਤੁਹਾਨੂੰ ਫੋਨ ਆ ਜਾਏਗਾ। ਹੋਰ ਲੈਣਾ ਯਾਰ, ਹੋਰ ਕੀ ਤੋਂ ਲੈਣਾ ਹੈ? ਚੈੱਕ ਫਿਰ ਲਾ ਦਈਏ ਫਿਰ। ਮੈਂ ਨਾ ਤਰੀਕੇ ਨਾਲ ਗੱਲ ਕਰ, ਮੈਂ ਅਜੇ ਤਰੀਕੇ ਨਾਲ ਹੀ ਗੱਲ ਕਰੀ ਜਾਂਦਾ, ਮੈਂ ਤਰੀਕੇ ਨਾਲ ਕਰਨਾ ਕਰ ਲੈ ਯਾਰ, ਮੈਂ ਕੀ ਦਿੰਦਾ ਤੁਝਾ। ਜਿਹੜੇ ਇਹਨਾਂ ਨੇ ਭਾਈ ਮੁੰਡੇ ਭੇਜੇ ਨਾਲ ਸਹੁੰ ਚੁਕਾਉਣ ਲਈ, ਉਹ ਮੁੰਡੇ ਜਦੋਂ ਇਹਨੂੰ ਮੁੰਡੇ ਨੂੰ ਫੋਨ ਕੀਤਾ ਹੀ ਵਾਪਸ ਲਿਆ। ਉਹ ਮੁੰਡਾ ਕਹਿੰਦਾ ਵੀਰੇ ਹਰ ਕਿਸੇ ਨਾਲ ਹੀ ਐਂ ਕਰਦਾ, ਕਹਿੰਦਾ ਤੁਸੀਂ ਤਾਂ ਕਹਿਤਾ ਵੀ ਹਾਂ ਚੱਲ ਵੜਦੇ ਆ, ਕਹਿੰਦਾ ਲੋਕ ਤਾਂ ਡਰ ਜਾਂਦੇ ਆ, ਉਹ ਵਾਪਸ ਜਾ ਵੜਦੇ ਆ। ਐਸਐਚਓ ਸਰ ਕਹਿੰਦੇ ਕਿ ਤੁਹਾਨੂੰ ਪੈਸੇ ਮਿਲ ਰਹੇ ਆ ਨਾ, ਲੱਖ ਦਾ ਕੀ ਹੈ, ਐਨੇ ਵੀ ਨਹੀਂ ਮਿਲਦੇ ਲੋਕਾਂ ਨੂੰ, ਤੁਸੀਂ ਤਾਂ ਤੁਹਾਨੂੰ ਤਾਂ ਹੁਣੀ ਮਿਲ ਰਹੇ ਆ, ਤੁਸੀਂ ਤਾਂ ਕਿਸਮਤ ਵਾਲੇ ਹੋ, ਕਲੀਅਰ ਹੋ ਤੁਹਾਡਾ ਪੈਸਾ। ਤੁਸੀਂ ਕਦੇ ਆਪਣੇ ਹਸਬੈਂਡ ਨੂੰ ਕਿਹਾ ਨਹੀਂ ਵੀ ਤੁਹਾਡਾ ਤੁਸੀਂ ਲਾਮਾ ਨਹੀਂ ਮਾਰਿਆ, ਤੁਹਾਡਾ ਮਹਿਕਮੇ ਤੇ ਤੁਸੀਂ ਹੋ ਕੇ ਤੁਹਾਡਾ ਮਹਿਕਮਾ ਤੁਹਾਡੀ ਹੀ ਨਹੀਂ ਸੁਣਦਾ? ਕਹਿੰਦਾ ਜੀ ਮੇਰਾ ਫਾਈਨੈਂਸਰ ਬਿਮਾਰ ਪਿਆ ਪੀਜੀਆਈ, ਉਹ ਠੀਕ ਹੋ ਕੇ ਆ ਜਾਂਦਾ ਜੀ ਤੇ ਮੈਂ ਤੁਹਾਨੂੰ ਪੈਸੇ ਦੇਣਾ। ਹੁਣ ਉਹ ਬੰਦਾ ਇਹਨੂੰ ਇਹ ਕਹਿੰਦਾ ਜੀ ਉਹ ਮਰ ਗਿਆ ਬੰਦਾ, ਕਹਿੰਦਾ ਪਰ ਉਹਦੀ ਫਾਈਨੈਂਸ਼ੀਅਲ ਮਰ ਗਿਆ। ਹਾਂ ਪਰ ਉਹ ਗੱਡੀ ਚੜ੍ਹਦਾ, ਗੱਡੀ ਚੜ੍ਹਦਾ, ਉਹਦੀ WhatsApp DP ਹਜੇ ਵੀ ਚੇਂਜ ਹੁੰਦੀ ਗੱਡੀ ਚੜ੍ਹੀ ਦੀ ਵੀ। ਕਿ ਡੀਜੀਪੀ ਸਾਹਿਬ ਨੇ ਕਿਹਾ ਹੈ ਕਿ ਪਰਚਾ ਹੋਣਾ ਚਾਹੀਦਾ ਹੈ, ਫਿਰ ਹੇਠਲੇ ਪੱਧਰ ਤੇ ਪਰਚਾ ਕਰਨ ਤੋਂ ਕਿਉਂ ਕਤਰਾ ਰਹੇ ਨੇ? ਅਸੀਂ ਹੁਣ ADGP ਸਾਹਿਬ ਤੋਂ ਇਹ ਉਮੀਦ ਰੱਖਦੇ ਹਾਂ ਵੀ ਇਹ ਬੰਦਾ ਸਲਾਖਾਂ ਪਿੱਛੇ ਜਾਵੇ, ਪੂਰੀ ਕੈਦ ਕੱਟੇ ਔਰ ਪੂਰਾ ਸਾਡੀ ਪੇਮੈਂਟ ਵੀ ਸਾਨੂੰ ਮਿਲੇ। ਕੌਣ ਬੰਦਾ? ਗੁਰਮੁਖ ਸਿੰਘ ਵਾਲੀਆ, ਜਬ ਸਟੱਡੀ। ਤੁਸੀਂ ਆਮ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਠੱਗਣ ਵਾਲੇ ਕਈ ਠੱਗ ਏਜੰਟ ਦੇਖੇ ਹੋਣਗੇ, ਪਰ ਤੁਹਾਨੂੰ ਅੱਜ ਜਿਸ ਏਜੰਟ ਬਾਰੇ ਦੱਸਣ ਲੱਗੇ ਹਾਂ ਉਸਨੇ ਤਾਂ ਪੁਲਿਸ ਮਹਿਕਮਾ ਵੀ ਨਹੀਂ ਛੱਡਿਆ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਸਾਡੇ ਨਾਲ ਇਸ ਵੇਲੇ ਪੁਲਿਸ ਮਹਿਕਮੇ ਦੇ ਵਿੱਚ ਬਤੌਰ ASI ਸੇਵਾਵਾਂ ਦੇ ਰਹੇ ਸਰਦਾਰ ਪਰਮਜੀਤ ਸਿੰਘ ਜੀ ਤੇ ਉਹਨਾਂ ਦਾ ਪਰਿਵਾਰ ਮੌਜੂਦ ਹੈ। ਗੱਲਬਾਤ ਕਰਾਂਗੇ, ਉਹਨਾਂ ਦੀ ਜ਼ੁਬਾਨੀ ਸੁਣਾਂਗੇ ਕਿ ਆਖਰ ਮਸਲਾ ਕੀ ਹੈ। ਸਰ ਮਾਮਲਾ ਕੀ ਹੈ? ਮਾਮਲਾ ਜੀ 2018 ਦੀ ਗੱਲ ਹੈ ਤੇ ਬੇਟੀ ਨੂੰ ਸਪਾਊਸ ਵੀਜ਼ੇ ਤੇ ਬਾਹਰ ਭੇਜਣ ਵਾਸਤੇ ਤੇ ਜਬ ਸਟੱਡੀ ਗੁਰਮੁਖ ਸਿੰਘ ਵਾਲੀਆ ਜੀ ਦਾ ਇੰਚਾਰਜ ਹੈ, ਉਹਨਾਂ ਨੇ ਸਾਡੇ ਤੋਂ 4,80,000 ਰੁਪਏ ਲਏ ਤੇ ਵੀ ਬਾਕੀ ਰਕਮ ਅਸੀਂ ਜੋ ਵੀ ਉਹਨਾਂ ਨੇ ਕਿੰਨੀ ਕਹੀ ਸੀ 18 ਲੱਖ ਰੁਪਏ, ਉਹ ਕਹਿੰਦੇ ਵੀ ਵੀਜ਼ਾ ਲੱਗਣ ਤੋਂ ਬਾਅਦ ਕਰਾਂਗੇ। ਉਹਨਾਂ ਨੇ ਅੱਜ ਤੱਕ ਨਾ ਤਾਂ ਕੋਈ ਇਸ ਤਰ੍ਹਾਂ ਦੀ ਕੋਈ ਬਾਹਰ ਭੇਜਣ ਦਾ ਕੀਤਾ ਬੇਟੀ ਬਾਰੇ ਤੇ ਨਾ ਹੀ ਕੋਈ ਪੈਸੇ ਵਾਪਸ ਦਿੱਤੇ ਜੀ। ਤੇ ਵਿੱਚੋਂ ਸਾਡਾ ਦੂਜਾ 3 ਚੈੱਕ ਉਹਨਾਂ ਨੂੰ ਦਵਾਈ ਸੀ ਪੁਲਿਸ ਦੁਆਰਾ ਸਾਨੂੰ ਮਿਲੇ ਸੀ ਔਰ ਉਹ ਤਿੰਨੋਂ ਬਾਉਂਸ ਹੋ ਗਿਆ। ਨਹੀਂ 2018 ਵਿੱਚ ਤੁਸੀਂ ਪੈਸੇ ਦਿੱਤੇ ਨੇ 4,80,000 ਰੁਪਏ ਤੇ ਹੁਣ 2020 ਵੀ ਖਤਮ ਹੋ ਗਿਆ, 2021 ਵੀ ਸ਼ੁਰੂ ਹੋ ਗਿਆ, ਮਤਲਬ ਆਲਮੋਸਟ, ਤੇ ਤੁਸੀਂ ਹੁਣ ਤੱਕ ਉਹਨਾਂ ਨੇ ਕੁਝ ਵੀ ਨਹੀਂ ਕਰਵਾਇਆ? ਨਾ ਉਹਨਾਂ ਨੇ ਅਜੇ ਤੱਕ ਕੁਝ ਨਹੀਂ ਕਰਵਾਇਆ ਜੀ। ਜੇ ਦੇਖਿਆ ਜਾਵੇ ਤਾਂ ਜਿਵੇਂ ਆਪਣੀ ਰਕਮਾਂ ਜੇ ਮੈਂ ਵਿਆਜ ਤੇ ਫੜ ਕੇ ਦਿੱਤੀ ਹੈ ਜੀ, ਜਿਹਦਾ 4 ਲੱਖ ਰੁਪਏ ਵਿਆਜ ਹੀ ਬਣ ਗਿਆ, 8-9 ਲੱਖ ਰੁਪਏ ਦੇ ਵਿੱਚ ਸਾਨੂੰ ਉਹਨਾਂ ਨੇ ਕਰਤਾ। ਬਾਕੀ ਇਹਨਾਂ ਦੀ ਬੇਟੀ ਦੀ ਪੜ੍ਹਾਈ ਹੈ ਜਿਹੜੀ ਉਹ ਨਹੀਂ ਹੋ ਪਾਈ, ਬਾਹਰ ਨਹੀਂ ਜਾ ਪਏ ਤਾਂ ਹੋਣੀ ਕੀ ਸੀਗੀ ਜੀ। ਤੁਸੀਂ ਕਿੰਨੇ ਕੁ ਚੱਕਰ ਹੁਣ ਤੱਕ ਲਾ ਚੁੱਕੇ ਹੋ? ਤੁਸੀਂ ਰਹਿੰਦੇ ਕਿੱਥੇ ਹੋ? ਅਸੀਂ ਅਬੋਹਰ ਰਹਿੰਦੇ ਜੀ। ਤੇ ਅਬੋਰ ਤੋਂ ਤੁਸੀਂ ਕਿੰਨੇ ਕੁ ਚੱਕਰ ਹੁਣ ਤੱਕ ਲਾ ਚੁੱਕੇ ਹੋ ਪੈਸਿਆਂ ਦੇ ਪਿੱਛੇ? ਅਬੋਹਰ ਤੋਂ ਘੱਟੋ ਘੱਟ 10 ਚੱਕਰ ਲਾ ਚੁੱਕੇ ਹਾਂ ਜੀ। ਸਰ ਤੁਹਾਨੂੰ ਹੈਰਾਨੀ ਨਹੀਂ ਹੁੰਦੀ ਵੀ ਤੁਸੀਂ ਪੁਲਿਸ ਮੁਲਾਜ਼ਮ ਹੈਗੇ ਹੋ, ਬਤੌਰ ਐਸਆਈ ਸੇਵਾਵਾਂ ਦੇ ਰਹੇ ਹੋ, ਤੁਹਾਡੇ ਨਾਲ ਇਹ ਕੁਝ ਹੋ ਰਿਹਾ ਹੈ ਤਾਂ ਇਹ ਬਾਕੀ ਆਮ ਲੋਕਾਂ ਦੇ ਨਾਲ ਕੀ ਕੁਝ ਕਰਦੇ ਹੋਣਗੇ? ਬਸ ਇਹ ਫਰਾਡ ਕਿਸਮ ਦੇ ਆਦਮੀ ਹੈ ਜੀ, ਅੱਖੀਂ ਘੱਟਾ ਪਾ ਜਾਂਦੇ, ਮਤਲਬ ਸਾਰੇ ਤਾਂ ਇਸ ਤਰ੍ਹਾਂ ਦੇ ਇਹ ਨਹੀਂ ਹੁੰਦੇ, ਪਰ ਇਹੋ ਜਿਹੇ ਕੁਛ ਚੰਦ ਬੰਦੇ ਆ ਜਿਹੜੇ ਮਤਲਬ ਜਲੀਲ ਕਰਦੇ ਜੀ। ਤੇ ਮਾਤਾ ਜੀ ਤੁਹਾਨੂੰ ਵੀ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ? ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਅਸੀਂ ਬਹੁਤ ਹੀ ਪਰੇਸ਼ਾਨ ਹੋਏ ਕਿਉਂਕਿ ਸਾਨੂੰ ਘੱਟੋ ਘੱਟ 10 ਕੁ ਗੇੜੇ ਤਾਂ ਲੱਗ ਹੀ ਗਏ ਹੋਣੇ ਆ ਬੱਚਿਆਂ ਦੇ ਲੱਗ, ਕਿਉਂਕਿ ਬੱਚਿਆਂ ਨੂੰ ਕਈ ਵਾਰੀ ਇੱਥੇ ਰੁਕਣਾ ਵੀ ਪੈਂਦਾ ਕਿਉਂਕਿ ਬੱਚੀ ਜਿਹੜੀ ਸਾਡੀ ਉਹ ਪਟਿਆਲੇ ਤੋਂ ਹੈ, ਪਟਿਆਲੇ ਰੁਕ ਜਾਂਦੇ ਆ। ਪਰ ਫਿਰ ਵੀ ਸਾਡਾ 2 ਵਾਰੀ ਗੱਡੀ ਦਾ ਐਕਸੀਡੈਂਟ ਵੀ ਹੋ ਚੁੱਕਿਆ ਕਿਉਂਕਿ ਹਜੇ 1 ਵਾਰੀ ਤਾਂ ਹੋਣੀ ਹੋਇਆ, ਉਸ ਤੋਂ ਹੀ ਸਾਨੂੰ ਜ਼ਿਆਦਾ ਮਹਿਸੂਸ ਹੋਇਆ ਵੀ ਕਿਉਂ ਅਸੀਂ ਵੀ ਜਦੋਂ ਸਰਕਾਰਾਂ ਹੈਗੀਆਂ ਉੱਥੇ ਕਿਉਂ ਉਹਨਾਂ ਦਾ ਸਹਾਰਾ ਕਿਉਂ ਨਾ ਲੱਗੀ, ਕਿਉਂ ਇਸ ਫਰਾਡ ਬੰਦੇ ਦੀਆਂ ਮਿੰਨਤਾਂ ਕਰ ਰਹੇ ਆ, ਕਾਲਾਂ ਕਰ ਰਹੇ ਆ, ਇਹਨੇ ਸਾਨੂੰ ਬਲੌਕ ਲਿਸਟ 'ਚ ਪਾਇਆ। ਵਕੀਲ ਲੇਕਿਨ ਤੁਸੀਂ ਸਾਲ ਪਹਿਲਾਂ ਵੀ ਪੁਲਿਸ ਦਾ ਰੁਖ ਕੀਤਾ ਸੀਗਾ, ਤੁਸੀਂ ਖੁਦ ਮਹਿਕਮੇ 'ਚ ਹੈਗੇ ਹੋ ਤੇ ਤੁਸੀਂ ਪੁਲਿਸ ਦਾ ਰੁਖ ਵੀ ਕੀਤਾ ਸੀ, ਉਦੋਂ ਗੱਲ ਨਹੀਂ ਬਣੀ? ਹਾਂਜੀ, ਪੁਲਿਸ ਦਾ ਅਸੀਂ ਰੁਖ ਕੀਤਾ ਸੀਗਾ 2019 'ਚ ਦਸੰਬਰ ਲਾਸਟ। ਉਸ ਵੇਲੇ ਸਾਨੂੰ ਪੁਲਿਸ ਨੇ ਬੁਲਾ ਕੇ
480 ਤੋਂ 385 ਦੇ ਚੈੱਕ ਦਿੱਤੇ, ਨਹੀਂ ਚੈੱਕ ਦਵਾਤੇ। 480 ਤੋਂ 385 ਤੇ ਕਿਉਂ ਆਏ? ਉਹ ਬਸ ਉਹਨਾਂ ਨੇ ਸਾਨੂੰ ਕਹਿੰਦੇ ਵੀ ਇੰਨੇ ਨਿਕਲਦੇ ਆ, ਕਢਾ ਲਓ, ਇਹ ਜੇ ਬੰਦਿਆਂ ਤੋਂ ਤਾਂ ਇੰਨੇ ਵੀ ਨਹੀਂ ਮਿਲਣ ਦੀ ਆਸ ਨਹੀਂ ਹੁੰਦੀ। ਇਹ ਗੱਲ ਕਿਹਨੇ ਕੀਤੀ ਤੁਹਾਨੂੰ? ਇਹ ਰਾਜੀਵ ਐਸਐਚਓ ਹੈ ਮਡੌਰ ਥਾਣੇ ਦਾ, ਮਾਲੀ 7 ਫੇਸ ਚ। ਤੇ ਉਸ ਤੋਂ ਬਾਅਦ ਅਸੀਂ ਕਿਹਾ ਵੀ ਚੱਲ ਜਿੰਨੇ ਆਉਂਦੇ ਆ ਠੀਕ ਹੈ, ਲੋੜ ਹੁੰਦੀ ਹੈ ਪੈਸੇ ਦੀ ਕਿਉਂਕਿ ਬੱਚਿਆਂ ਨੂੰ ਤਾਂ ਸੈੱਟ ਕਰਨਾ ਹੀ ਹੁੰਦਾ। ਫਿਰ ਅਸੀਂ ਉਹ ਚੈੱਕ ਲੈ ਲਿਓ। ਉਹ ਚੈੱਕ ਇਹਨਾਂ ਨੇ ਲੰਮੀਆਂ ਡੇਟਾਂ ਸਾਡੀ ਬਿਨਾਂ ਪੁੱਛੇ ਤੋਂ ਬਿਨਾਂ ਪਾ ਕੇ ਫੜਾਤੇ ਤੇ ਅਸੀਂ ਲੈ ਆਏ। ਉਦੋਂ ਸਾਨੂੰ ਥੋੜੀ ਚੱਲ ਖੁਸ਼ੀ ਹੋ ਗਈ ਵੀ ਚੈੱਕ ਦਿੱਤੇ, ਚੱਲ ਲੱਗਣਗੇ ਪੈਸੇ ਆਉਣਗੇ। ਪਰ ਉਹ ਜਦੋਂ ਅਸੀਂ ਚੈੱਕ ਲਾਏ ਸਾਰੇ ਬਾਉਂਸ, ਚੈੱਕ ਬਾਉਂਸ ਹੋ ਗਏ। ਉਦੋਂ ਬਾਅਦ ਲੋਕਡਾਊਨ ਹੋ ਗਿਆ। ਲੋਕਡਾਊਨ ਤੋਂ ਅਸੀਂ ਕੁਝ ਕਰ ਹੀ ਨਹੀਂ ਸਕਦੇ ਸੀ। ਚੈੱਕ ਬਾਉਂਸ ਹੋਈ, ਤੁਸੀਂ ਕੰਪਲੀਟ ਨਹੀਂ ਕੀਤੀ? ਕੰਪਲੇਂਟ ਉਹ ਸਾਡਾ ਫੋਨ ਨਹੀਂ ਚੱਕਦੇ ਸੀ, ਕਹਿੰਦੇ ਅਸੀਂ ਤਾਂ ਇਹੀ ਕਰ ਸਕਦੇ ਹਾਂ। ਐਸਐਚਓ ਸਾਹਿਬ ਨੂੰ ਨਹੀਂ ਤੁਸੀਂ ਬੋਲਿਆ ਜਿਨ੍ਹਾਂ ਨੇ ਵਿੱਚ ਪੈ ਕੇ ਤੁਹਾਡਾ ਕੰਪਰੋਮਾਈਜ਼ ਕਰਵਾਇਆ ਜਾਂ ਜਿਨ੍ਹਾਂ ਨੇ ਕਿਹਾ ਵੀ ਤੁਸੀਂ 480 ਛੱਡੋ 385 ਲੈ ਲਓ, ਐਸਐਚਓ ਸਾਹਿਬ ਨੂੰ ਤੁਸੀਂ ਕਹਿਣਾ ਸੀ ਵੀ ਤੁਸੀਂ ਕਰਵਾਇਆ ਸੀ ਜੀ, ਹੁਣ ਆਹ ਕੁਝ ਕਰਦਾ ਇਹ? ਹਾਂਜੀ, ਉਹ ਕਹਿੰਦੇ ਬਸ ਅਸੀਂ ਤਾਂ ਚੈੱਕ ਦਵਾਤੇ ਆ, ਅੱਗੇ ਤੁਸੀਂ ਆਪਦਾ ਕੋਰਟ ਕਾਰਵਾਈ ਕਰੋ। ਕੋਰਟ ਕਾਰਵਾਈ ਦਾ ਫਿਰ ਤੁਹਾਡੀ ਲੋੜ ਕੀ ਸੀ ਕਿ ਉਹਦਾ ਤੁਸੀਂ ਵੈਸੇ ਵੀ ਕਰ ਸਕਦੇ ਹੋ ਕੋਰਟ ਕਾਰਵਾਈ ਤਾਂ? ਹਾਂਜੀ, ਪਰ ਨਹੀਂ ਨਾ ਸੁਣਾਈ। ਉਹ ਪੁਲਿਸ ਦੀ ਵੀ ਇੰਨੀ ਸੁਣਾਈ ਹੈ ਜਿੰਨੀ ਆਮ ਆਦਮੀ ਦੀ ਹੈ। ਇਹ ਨਾ ਆਪਣੇ ਮਨਾਂ 'ਚ ਹੀ ਡਾਊਟ ਹੈ ਵੀ ਪੁਲਿਸ ਜ਼ਿਆਦਾ ਸੁਣਦੀ ਹੋਊਗੀ, ਪਰ ਨਹੀਂ, ਕੋਈ ਨਹੀਂ ਸੁਣਦਾਗਾ। ਇਹ ਤਾਂ ਆਪਾਂ ਆਪ ਨੂੰ ਹੀ ਖੁਦ ਉੱਠ ਕੇ ਕੋਈ ਨਾ ਕਦਮ ਚੱਕਾਂਗੇ ਤੇ ਤਾਂ ਹੀ ਕੁਝ ਬਣੇਗਾ, ਨਹੀਂ ਬਣਦਾਗਾ। ਕਿਉਂਕਿ ਇਹੋ ਜਿਹੇ ਫਰੋਡ ਬੰਦਿਆਂ ਦਾ ਕੋਈ ਨਾ ਕੋਈ ਤਾਂ ਸਾਹਮਣਾ ਕਰੇ। ਜੇ ਮੈਂ ਕਹਾਂ ਚੱਲ ਕੋਈ ਨਹੀਂ ਮੇਰਾ 480 ਹੈ ਕਿ ਕੋਈ ਨਹੀਂ ਹੋਰ ਕਿਤੇ ਕਮਾ ਲਾਂਗੇ, ਕੋਈ ਨਹੀਂ ਇਹਨੂੰ ਨਿਕਲੂਗਾ, ਪਰ ਨਹੀਂ, ਇਹੋ ਜਿਹੇ ਬੰਦਿਆਂ ਦਾ ਨਿਕਲੇ ਨਾ ਨਿਕਲੇ, ਪਰ ਸਾਨੂੰ ਤਾਂ ਮਹਿਸੂਸ ਤਾਂ ਹੁੰਦਾ ਹੀ ਹੈ। ਪਰ ਅੱਜ ਅਸੀਂ ਇਹ ਕਿਹਾ ਵੀ ਸਾਡਾ ਨਿਕਲੇ ਨਾ ਨਿਕਲੇ, ਪਰ ਹੋਰਾਂ ਨੂੰ ਤਾਂ ਚੰਨ ਨਾ ਪਵੇ ਤੇ ਇਹਨੂੰ ਵੀ ਥੋੜਾ ਜਿਹਾ ਦੁੱਖ ਤਕਲੀਫ ਆਉਣੀ ਚਾਹੀਦੀ ਹੈ ਤੇ ਕੇਸ ਹੋਣਾ ਚਾਹੀਦਾ। ਇਹਨੂੰ ਸਲਾਖਾਂ ਦੇ ਪਿੱਛੇ ਜਾਣਾ ਚਾਹੀਦਾ ਕਿਉਂਕਿ ਪਤਾ ਹੋਣਾ ਚਾਹੀਦਾ ਇਹਦੇ ਤਾਲੇ ਲੱਗਣੇ ਚਾਹੀਦੇ ਆ ਜਿਹੜੇ ਇਹਨੇ ਖੋਲ ਕੇ। 1-2 ਸਾਲ ਦਾ ਬੱਚਾ ਅਸੀਂ ਨਾਲ ਲੈ ਕੇ ਧੁੰਦਾਂ ਦੇ ਵਿੱਚ, ਤੁਸੀਂ ਮੰਨਣਾ ਨਹੀਂਗਾ, ਅਸੀਂ ਹਬੋਰ ਤੋਂ ਟਰੈਵਲ ਕਰਕੇ 6 ਘੰਟਿਆਂ ਦੇ ਵਿੱਚ ਪਟਿਆਲੇ ਪਹੁੰਚੇ ਆ। ਇੰਨੀ ਧੁੰਦ ਸੀ। ਜੇ ਕੋਈ ਸਾਡਾ ਜਾਨੀ ਨੁਕਸਾਨ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਸੀ? 2 ਸਾਲਾਂ ਤੋਂ ਇਹ ਕਰ ਰਹੇ ਆ। ਹੁਣ ਤਾਂ ਅਸੀਂ ਸਰਦੀ ਵੀ ਤੇ ਗਰਮੀ ਵੀ ਸਾਨੂੰ ਕੋਈ ਨਹੀਂ ਹੋਇਆ, ਬਹੁਤ ਚੱਕਰ ਲਾ ਚੁੱਕੇ ਆ ਅਸੀਂ। ਸਾਨੂੰ ਇਹ ਕਿਨੇ ਨਿਆਂ ਨਹੀਂ ਦਿੱਤਾਗਾ, ਪਰ ਹੁਣ ਇਹਨੂੰ ਜਦੋਂ ਪਤਾ ਲੱਗਿਆ ਹੁਣ ਸਾਨੂੰ ਇਹ ਕਾਲਾਂ ਕਰਨੀਆਂ ਸ਼ੁਰੂ ਕਰਤੀਆਂ। ਤੁਸੀਂ ਹੁਣ ਕਦੋਂ ਤੋਂ ਤੁਸੀਂ ਆਏ ਹੋ, ਮਤਲਬ ਤੁਸੀਂ ਹੁਣ ਕਿਹਨੂੰ ਅਪਰੋਚ ਕੀਤਾ? ਤੁਸੀਂ ਪਰਸੋਂ ਤੋਂ ਆਏ ਆ, 3 ਦਿਨ ਹੋ ਗਏ। ਕੱਲ ਦੇ ਅਸੀਂ ਪੁਲਿਸ ਦੇ ਵੀ ਚੱਕਰ ਕੱਟ ਰਹੇ ਆ। ਵੀ ਸਾਡਾ ਡੀਜੀਪੀ ਨੇ ਤਾਂ ਬਹੁਤ ਸੁਣਾਈ ਕੀਤੀ ਹੈ। ਸੁਣਨ ਚਾਹਿਆ ਵੀ ਏਡੀਜੀਪੀ ਸਾਹਿਬ ਜਿਹੜੇ ਰਾਏ ਸਾਹਿਬ ਨੇ ਉਹਨਾਂ ਨੇ ਸੁਣਵਾਈ ਕੀਤੀ ਤੇ ਉਹਨਾਂ ਨੇ ਪਹਿਲੀ ਵਾਰ ਸੁਣ ਕੇ ਕਿਹਾ ਵੀ ਤੁਸੀਂ ਆਪਣੇ ਮਹਿਕਮੇ ਵਾਲੇ ਬੰਦਿਆਂ ਨੂੰ ਵੀ ਨਹੀਂ ਛੱਡਿਆ, ਇਸ ਬੰਦੇ ਨੇ ਤਾਂ ਤੁਸੀਂ ਪਰਚਾ ਕਰੋ। ਪਰਚਾ ਹੋ ਗਿਆ? ਪਰਚਾ ਹਜੇ ਤੱਕ ਕੋਈ ਨਹੀਂ ਹੋਇਆਗਾ, ਬਸ ਬਾ ਕੇ ਸ਼ਾਮ ਤੱਕ ਇੱਕ ਲਿਖਾ ਲਿਆ ਪੱਤਰ ਜਾ, ਹੁਣ ਉਹ ਸਾਨੂੰ ਹਜੇ ਤੱਕ ਕੋਈ ਪਤਾ ਨਹੀਂਗਾ। ਨਹੀਂ, ਜਦੋਂ ਏਡੀਜੀਪੀ ਸਾਹਿਬ ਨੇ ਕਿਹਾ ਉਸ ਤੋਂ ਬਾਵਜੂਦ ਵੀ ਪਰਚਾ ਨਹੀਂ ਹੋਇਆ? ਹਜੇ ਨਹੀਂ ਹੋਇਆਗਾ, ਹਜੇ ਹੋਇਆ ਨਹੀਂਗਾ ਕਿਉਂਕਿ ਜਿੰਨਾ ਚਿਰ ਡੀਜੀਪੀ ਫੇਰ ਮਾਰਕ ਨਹੀਂ ਕਰਨਗੇ ਉਹਨਾਂ ਚਿਰ ਸਾਨੂੰ ਪਤਾ ਹੀ ਹੈ ਵੀ ਪਰਚਾ ਨਹੀਂ ਹੋਇਆ। ਤੁਸੀਂ ਬਿਆਨ ਦੇਤੇ ਆਪਣੇ? ਹਾਂਜੀ, ਅੱਜ ਕਰਵਾ ਕੇ ਆਏ ਆ, ਪਰ ਉਹ ਸਬਮਿਟ ਨਹੀਂ ਹੋਈ। ਉਹ ਕਹਿੰਦੇ ਕਿ ਹੁਣ ਅਸੀਂ ਜਾ ਰਹੇ ਹਾਂ। ਪਹਿਲਾਂ ਅਸੀਂ 12 ਵਜੇ 2 ਵਜੇ ਤੋਂ ਤੁਸੀਂ ਲੇਟ ਗਏ ਹੋ ਥਾਣੇ ਵਿੱਚ? ਨਹੀਂ, ਅਸੀਂ 12 ਵਜੇ ਪਹੁੰਚੇ ਆ ਔਰ ਸ਼ਾਮ ਨੂੰ ਜਾ ਕੇ 5-6 ਵਜੇ ਜਾ ਕੇ ਰਿਟਰਨ ਹੋਇਆ। ਰਿਟਰਨ ਵੀ ਕੀ ਉਹਨਾਂ ਨੇ ਤਾਂ ਆਪਣੇ ਵੱਲੋਂ ਐਵੇਂ ਛੋਟਾ 5-6 ਲਾਈਨਾਂ ਲਿਖਤੀਆਂ, ਪਰ ਫਿਰ ਉਹ ਕਹਿੰਦੇ ਚਲੋ ਹੈਂਡ ਰਿਟਰਨ ਦੇ ਦਿਓ। ਉਹ ਵੀ ਸਾਡੇ ਕਹਿਣ ਤੇ ਕਿ ਮੈਨੂੰ ਨਹੀਂ, ਮੈਂ ਕਿਹਾ ਨਹੀਂ ਸੈਟੀਸਫੈਕਟਰੀ ਨਹੀਂ ਲੱਗਿਆ ਮੈਨੂੰ। ਮੈਂ ਕਿਹਾ ਮੈਂ 2.5 ਸਾਲ ਦੀ ਮੇਰਾ ਮੈਂਟਲ ਹਰਾਸਮੈਂਟ ਜਿਹੜੀ ਹੋਈ ਹੈ, ਜੋ ਵੀ ਕੀਤਾ ਫਿਜ਼ੀਕਲ ਮੈਂਟਲ ਫਾਈਨੈਂਸ਼ੀਅਲ ਲਗਾ ਲਓ, ਠੀਕ ਹੈ। ਉਹ ਕਹਿੰਦੇ ਨਹੀਂ ਮੈਂ ਲਿਖਤਾ ਵਾ, ਇਸ 'ਚ ਸਾਰਾ ਕਵਰ ਹੋ ਗਿਆ ਜਦ ਲਿਖ ਰਹੇ ਸੀ ਉੱਥੇ। ਫਿਰ ਮੈਂ ਕਿਹਾ ਨਹੀਂ ਮੈਨੂੰ ਸੈਟੀਸਫੈਕਟਰੀ ਨਹੀਂ ਹੈ। ਪਾਪਾ ਨੂੰ ਕਿਹਾ, ਪਾਪਾ ਕਹਿੰਦੇ ਹਾਂ ਬੇਟਾ ਵੀ ਆਪਾਂ ਲਿਖਦੇ ਹਾਂ ਦੁਬਾਰਾ ਨਾ। ਫਿਰ ਪਾਪਾ ਜੋ ਪੁਲਿਸ ਨੇ ਆਪਣੇ ਵੱਲੋਂ ਬਿਆਨ ਲਿਖੇ ਉਹਨਾਂ ਬਿਆਨਾਂ ਵਿੱਚ ਕੀ ਸੀ? 5 ਲਾਈਨਾਂ ਸੀਗੀਆਂ ਕਿ ਇਹ ਡੇਟ ਨੂੰ ਲਿੱਤਾ ਗਿਆ, ਇਹ ਹੋਇਆ। ਫਿਰ ਇਹਨਾਂ ਨੇ ਕੇਸ ਲਾਇਆ ਸੀ 480 ਦਾ, ਇੱਕ 155 ਮੋੜ ਦਾ। ਮਤਲਬ 6 ਮਹੀਨੇ ਦੀਆਂ 2 ਲਾਈਨਾਂ ਲਾਤੀਆਂ, 2.5 ਸਾਲ ਤੁਹਾਨੂੰ ਚੱਕਰ ਲਾਉਂਦੇ ਨੇ, ਹੋ ਗਏ 5 ਲਾਈਨਾਂ ਉਹਨਾਂ ਨੇ ਲਿਖਤੀਆਂ। ਉਹ ਕਹਿੰਦੇ ਇਸ 'ਚ ਸਾਰਾ ਕੁਝ ਹੋ ਗਿਆ। ਮੈਂ ਕਿਹਾ ਮੇਰਾ ਇਹ ਤਾਂ ਲਿਖੋ, ਉਹਨੇ ਧਮਕਾਇਆ ਹੈ, ਉਹਨੇ ਪੁਲਿਸ ਦੇ ਅੱਗੇ ਸਾਨੂੰ ਚੈੱਕ ਦਿੱਤੇ, ਉਹਨੂੰ ਪਾਗਲ ਬਣਾਇਆ, ਉਹਨੇ ਸਾਡੀ ਕਾਲਾਂ ਨਹੀਂ ਚੱਕੀਆਂ, ਜਾਂ ਇਹ ਹੀ ਲਿਖ ਦਿਓ ਕਿ ਉਹਨੇ ਇੰਨਾ ਇਗਨੋਰ ਕੀਤਾ ਬਿਨਾਂ ਉਸੇ ਵੱਡੇ ਸਟੈਪ ਤੋਂ। ਸਾਡੇ ਉਹਨੂੰ ਪੈਸੇ ਦਾ ਕੀ, ਉਹ ਸਾਡੇ ਨਾਲ ਗੱਲ ਹੀ ਨਹੀਂ ਕਰਦਾ ਸੀਗਾ, ਠੀਕ ਹੈ। ਮਤਲਬ ਕੁਝ ਉਹ ਕਹਿੰਦੇ ਸਾਰਾ ਕੁਝ ਵਿੱਚ ਆ ਗਿਆ 5 ਲਾਈਨਾਂ 'ਚ। ਇਹ ਨਹੀਂ ਲਿਖਿਆ ਗਿਆ। 2 ਵਾਰ ਸਾਡਾ ਐਕਸੀਡੈਂਟ ਹੋ ਗਿਆ, ਮੇਜਰ ਐਕਸੀਡੈਂਟ ਹੋਇਆ, ਠੀਕ ਹੈ। ਮੇਰੇ ਹਸਬੈਂਡ ਔਰ ਅਸੀਂ ਦੋਨੋਂ ਆ ਰਹੇ ਸੀਗੇ, ਮੰਮਾ ਪਾਪਾ ਦਾ 10 ਚੱਕਰ ਲਗਾ ਲਓ ਮੈਕਸਿਮਮ, ਮਿਨੀਮਮ ਬੋਲ ਰਹੀ ਹਾਂ ਹਲੇ, ਯਾਦ ਜਿਹੜੇ ਹੈਗੇ ਮੋਟੇ ਬਾਕੀ ਨਹੀਂ ਪਤਾ। ਬੇਕਿਸ ਬੁਲਾਉਂਦਾ ਸੀਗਾ, ਮੈਂ ਆ ਜਾਓ ਜੀ ਚੈੱਕ ਲੈ ਦੋ। 3 ਫੋਨ ਚੱਕਣਾ ਨਹੀਂ ਉਹਨੇ, ਠੀਕ ਹੈ। ਫਿਰ ਕਹਿੰਦਾ चेक दे के पैसे ले जाओ। फिर आज नहीं आ सकता हूँ, कल आएंगे, कल नहीं आ सकता, और मेरा बंदा आएगा, मेरा बंदा ਤੁਹਾਨੂੰ ਪਟਿਆਲਾ, ਉਹਨੂੰ ਗੱਲ ਤੁਹਾਡੇ ਨਾਲ ਪਿਆਰ ਨਾਲ ਹੀ ਕਰਦਾ ਸੀ ਜਾਂ ਕਿਵੇਂ? ਹੁਣ ਤਾਂ ਪਿਆਰ ਓਹੋ ਪਿਆਰ ਨਹੀਂ ਹੈ, ਉਹ ਗੱਲ ਹੀ ਨਹੀਂ ਕਰਦਾ। ਇਨਫੈਕਟ ਧਮਕਾਇਆ ਵੀ ਬਹੁਤ ਰੂਡ, ਤੁਹਾਡੇ ਮਤਲਬ ਕੋਲ ਕੋਈ ਰਿਕਾਰਡਿੰਗ ਹੈਗੀ ਹੈ? ਬਿਲਕੁਲ ਹੈਗੀ ਆ, ਮੈਂ ਸੁਣਾ ਦਿੰਨੀ ਆ। ਕਿਹਨੂੰ? ਤੁਹਾਨੂੰ ਧਮਕਾਇਆ? ਮੈਨੂੰ ਧਮਕਾਇਆ ਗਿਆ ਸੀ ਜੀ। ਮੈਨੂੰ ਕਹਿੰਦਾ ਜੀ ਆ ਸੁਣੋ ਜੀ। ਹਾਂਜੀ ਹਾਂਜੀ, ਲਵਪ੍ਰੀਤ ਬੋਲ ਰਹੀ ਮੈਂ ਬੋਰ ਤੋਂ। ਬੋਲੋ ਜੀ।
ਤੁਸੀਂ ਨੰਬਰ ਬਲੌਕ ਵਿੱਚ ਪਾ ਰੱਖਿਆ ਹੈ ਕੀ ਗੱਲ ਹੈ? ਲਵਪ੍ਰੀਤ ਕੌਣ? ਹੋਰ ਤੋਂ ਹੀ ਨਾਮਿਕਾ ਦਾ ਹਸਬੈਂਡ। ਕਿਹਦਾ ਹਸਬੈਂਡ? ਨਾਮਿਕਾ ਦਾ। ਹਾਂਜੀ ਬੋਲੋ। ਹਾਂਜੀ ਤੁਸੀਂ ਚੈੱਕ ਦਿੱਤਾ ਉਹਦਾ ਕੋਈ ਦੱਸਿਆ ਹੀ ਨਹੀਂ, ਤੁਸੀਂ ਬੋਲਿਆ ਜੀ ਮੈਂ ਕੈਸ਼ ਭੇਜੂਗਾ ਤੇ ਚੈੱਕ ਵਾਪਸ ਲੈ ਜਾਊਂਗਾ। ਤੁਹਾਨੂੰ ਕੱਲ ਫੋਨ ਆਇਆ ਨਹੀਂ? ਨਹੀਂ ਸਾਨੂੰ ਨਹੀਂ ਫੋਨ ਆਇਆ। ਇੱਕ ਦੋ ਦਿਨ ਰੁਕੋ, ਤੁਹਾਡੇ ਕੋਲ ਮੁੰਡਾ ਆਏਗਾ। ਮੈਂ ਕੱਲ ਕਿਹਾ ਸੀ ਉਹਨੂੰ, ਮੈਂ ਤਾਂ ਫੋਨ ਕਰ ਦਿਓ ਜੇ ਮਤਲਬ, ਕਿਉਂਕਿ ਅਸੀਂ ਤਾਂ ਚੈੱਕ ਵੀ ਉੱਥੇ ਪਟਿਆਲੇ ਛੱਡ ਕੇ ਆਏ ਆ, ਅਸੀਂ ਇੱਥੇ ਬੋਰ ਹੈਗੇ ਆ। ਕਿਹਦੇ ਕੋਲ ਆ ਪਟਿਆਲੇ? ਪਟਿਆਲੇ ਨੰਬਰ ਮੈਸੇਜ ਕਰ ਦੋ ਉਹਨਾਂ ਨੂੰ, ਕੱਲ ਦੇ ਦਾਂਗੇ ਪੇਮੈਂਟ ਜਾਂ ਪਰਸੋਂ, ਠੀਕ ਹੈ? ਮੇਰੇ ਸਹੁਰਿਆਂ ਦੇ ਘਰ ਪਿਆ, ਤੁਸੀਂ ਮੈਨੂੰ ਫੋਨ ਕਰੋ। ਤੁਹਾਨੂੰ ਕੱਲ ਫੋਨ ਆ ਨੰਬਰ ਬਲੌਕ ਵਿੱਚ ਪਾਉਣ ਵਾਲਾ ਕੀ ਰਿਵਾਜ ਆ, ਉਹ ਤਾਂ ਕੱਢੋ ਨਾ। ਤੁਸੀਂ ਮੇਤੋਂ ਵੀ ਲੈਣਾ ਯਾਰ, ਤੁਹਾਨੂੰ ਫੋਨ ਆ ਜਾਏਗਾ। ਹੋਰ ਲੈਣਾ ਯਾਰ, ਹੋਰ ਕੀ ਤੋਂ ਲੈਣਾ ਹੈ? ਚੈੱਕ ਫਿਰ ਲਾ ਦਈਏ। ਫਿਰ ਨਾ ਤਰੀਕੇ ਨਾਲ ਗੱਲ ਕਰ, ਮੈਂ ਅਜੇ ਬਹੁਤ ਤਰੀਕੇ ਨਾਲ ਹੀ ਗੱਲ ਕਰੀ ਜਾਂਦਾ। ਮੈਂ ਤਰੀਕੇ ਨਾਲ ਹੀ ਕਰਨਾ ਕਰ ਲੈ ਯਾਰ, ਮੈਂ ਨਹੀਂ ਦਿੰਦਾ ਫਿਰ ਜਾ। ਚੱਲ ਠੀਕ ਹੈ, ਥੈਂਕ ਯੂ। ਆਪਦੇ ਪੈਸੇ ਮੰਗਣ ਤੇ ਹੀ ਅੱਗੋਂ ਇਹ ਡਰਾਉਂਦਾ ਵੀ ਕਰ ਲੋ ਜੋ ਕਰਨਾ ਹੈ। ਕੰਪਲੀਟ ਥ੍ਰੈਟ ਸੀ ਇਹ ਤਾਂ ਚਲੋ ਕਾਲ ਬਾਈ ਚਾਂਸ ਰਿਕਾਰਡ ਹੋ ਗਈ, ਠੀਕ ਹੈ, ਕਿਉਂਕਿ ਨੰਬਰ ਦੂਸਰਾ ਸੀਗਾ, ਹੈਂਡਸੈਟ ਦੂਸਰਾ ਸੀ। ਐਸੀ ਕਾਲਸ ਤਾਂ ਮਤਲਬ ਮੈਂ ਤੁਸੀਂ ਕਹਿ ਸਕਦੇ ਹੋ ਕਿ ਅਨਕਾਊਂਟੇਬਲ ਸੀਗੀਆਂ। ਔਰ ਇਹ ਤਾਂ ਫਿਰ ਉਹਨੇ ਅੱਛੀ ਤਰ੍ਹਾਂ ਗੱਲ ਕੀਤੀ, ਚਲੋ ਹਨਾ ਵੀ ਕਰ ਲੈ ਜੋ ਕਰਨਾ ਇਹ ਅੱਛੀ ਤਰ੍ਹਾਂ ਸੀ ਗੱਲ। ਬਸ ਸੋਚ ਲਓ ਅੱਛੀ ਤਰ੍ਹਾਂ ਸੀ, ਇਹ ਸੋਚੋ ਮਾੜੀ ਤਰ੍ਹਾਂ ਵਾਲੀ ਕਿੰਨੀ ਹੋਏਗੀ। ਇਹ ਤੋਂ ਵੀ ਮਤਲਬ ਇਹ ਸਮਝ ਲਓ ਕਿ ਬਹੁਤ ਇਹਨੇ ਆਪਣੀ ਹੈਸੀਅਤ ਜਾ ਕੇ ਜਿੰਨਾ ਇਹਨੇ ਗੰਦਾ ਬੋਲਿਆ ਹਨਾ, ਬਸ ਟਰੂ ਕਲਰ ਦਿਖਾਤਾ ਉਹਨੇ ਆਪਣੀ, ਜੋ ਉਹਦਾ ਕੈਮਰੇ ਤੇ ਚੱਲਦਾ ਔਰ ਉਹ ਕੀ ਹੈ ਕਿ ਉਹ ਰੀਅਲ ਚ ਬਹੁਤ ਹੀ ਜ਼ਿਆਦਾ ਡੂਅਲ ਪਰਸਨੈਲਿਟੀ ਨੇ, ਪਤਾ ਨਹੀਂ ਕਿਹੜਾ ਟ੍ਰੈਬਲ ਪਰਸਨੈਲਿਟੀ ਹੈ ਉਹ, ਕੀ ਉਹ ਸਾਈਕੋਪੈਥ ਹੈ, ਕੀ ਹੈ ਉਹ ਕਹਿੰਦਾ ਕੁਝ ਹੋਰ ਹੈ ਕਰਦਾ ਕੁਝ ਹੋਰ ਹੈ, ਜੋ ਕਹਿੰਦਾ ਉਹ ਕਰਦਾ ਹੀ ਨਹੀਂ। ਤੁਸੀਂ ਕਿਹਦੀ ਗੱਲ ਕਰ ਰਹੇ ਹੋ, ਦਰਸ਼ਕਾਂ ਨੂੰ ਦੱਸੋ ਤਾਂ ਜੋ ਸਿੰਘ ਵਾਲੀਆ, ਗੁਰਮੁਖ ਸਿੰਘ ਵਾਲੀਆ, ਜਬ ਸਟੱਡੀ ਅਬਰੋਡ, 7 ਫੇਸ 'ਚ ਹੈ, ਫਰਾਡ ਬੰਦਾ, ਤੀਸਰੀ ਮੰਜ਼ਿਲ ਮੈਨੇਜਰ ਹੈ, ਉਹਦੀ ਪੂਰੀ ਟੀਮ ਹੈ ਜਿਹੜੀ 2 ਮਹੀਨੇ ਬਾਅਦ ਬਦਲਦੀ ਹੈ, ਸਿਰਫ ਮੈਨੇਜਰ ਹੀ ਹੈ ਜਿਹੜੀ ਹਾਲੇ ਤੱਕ ਟਿਕੀ ਹੋਈ ਹੈ। ਉਹ ਕਿਉਂ ਟਿਕੀ ਹੋਈ ਤੁਹਾਨੂੰ ਪਤਾ ਹੀ ਹੈ, ਠੀਕ ਹੈ। ਜਾਂ ਤਾਂ ਉਹ ਵੀ ਪੂਰਾ ਸਾਥ ਦੇ ਰਹੀ ਬਿਕॉज ਸਾਡੇ ਤੋਂ ਪੈਸੇ ਉਹ ਨਹੀਂ ਫੜੇ ਸੀ। ਮੈਂ ਕਿਹਾ ਕਿ ਤੂੰ ਬੈਂਕ 'ਚ ਲੈ ਲੈ है ना, तू बैंक च ट्रांसफर करा, साडे कोल रिकॉर्ड रहे है ना, खुदा ना खास्ता कुछ। और देखो वही गल हुई, कैश लेता, कोई रिकॉर्ड नहीं सी, कहंदी नहीं नहीं तुहानूं उपरां दी लोड़ नहीं, तुहानूं मैं बंदा नीचे भेज दिया, उहनूं फड़ा दिओ। ਨਹੀਂ ਕੈਸ਼ ਦਫ਼ਤਰ 'ਚ ਨਹੀਂ ਫੜਿਆ? नहीं कैश उन्हें हाफ दफ्तर च फड़िया। फिर एटीएम तुहानूं पता एटीएम दी लिमिट इन्नी नहीं सीगी, पापा इन्हां दी भी मेरी भी 60,000 दी इन्नी लिमिट हुंदी है ना। फिर 3-4 ਅਸੀਂ एटीएम पापा मम्मी सब दे मिलाए 480। ਤੁਸੀਂ ਕਹਿਣਾ ਸੀ ਕੈਸ਼ ਕਿਉਂ ਲੈ ਰਹੇ ਹੋ, ਅਸੀਂ 1 ਨੰਬਰ ਦੀ ਕਮਾਈ ਦੇ ਰਹੇ ਹਾਂ, ਤੁਸੀਂ ਰਸੀਦ ਦਿਓ ਸਾਨੂੰ। ਤੁਹਾਨੂੰ ਵੀਜ਼ੇ ਤੋਂ ਮਤਲਬ ਹੈ, ਤੁਹਾਨੂੰ ਵੀਜ਼ੇ ਤੋਂ ਮਤਲਬ ਹੈ ਕਿ ਕਿਦੋਂ ਮਤਲਬ ਹੈ? ਫਿਰ ਜਦੋਂ ਇਹ ਕਹਿੰਦਾ ਬੰਦਾ ਹੈ ਨਾ भी बड़ा प्यार नाल, उस टाइम बड़े प्यार नाल किया भी नहीं मैम ऐसे नहीं होगा, आप ऐसे है ना, पूरा शुगर कोटेड सी गल, पूरी शुगर कोटेड सी चॉकलेट रैपिंग सीगी, ठीक है, कि नहीं ऐसे आपको वीज़ा मिल जाएगा, आपको कैश ही करना है, हमारे ऐसे फंड्स ना ट्रांसफर जो भी मारा गया। और शायद पढ़े लिखे होके होंगे ना जो अखा बस डाउट होंगे एक बार है ना, मतलब फूल बन गया सी बहुत बड़े। और उस तो बाद साडा ही पैसा है, तेरे तो वापस देना, भीख नहीं ले रहे, ठीक है। गुरुद्वारे चढ़ाया सानू मैं ते हसबैंड नू, ठीक है, ਅਸੀਂ ਦੋਨੋਂ ਭੇਜਿਆ, ਸਾਨੂੰ ਪਾਰਕਿੰਗ 'ਚ ਵਾਪਸ ਬੁਲਾਇਆ ਨੇ। ਔਰ ਸਾਨੂੰ ਉਹ ਮੁੰਡਾ ਜਿਹੜਾ ਭੇਜਿਆ ਕਿ ਨਹੀਂ, ਇਹਨੇ ਆਪ ਭੇਜਿਆ? ਗੁਰਮੁਖ ਸਿੰਘ ਵਾਲੀਆ ਕਹਿੰਦਾ ਤੁਸੀਂ ਚੜੋ, ਤੁਹਾਡੇ ਤੋਂ ਪੈਸੇ, ਤੁਸੀਂ ਮੇਰੇ ਤੋਂ ਪੈਸੇ ਦਿੱਤੇ ਅੱਛਾ, ਪੈਸੇ ਤੋਂ ਮੁੱਕਰ ਗਿਆ। ਮੁੱਕਰ ਗਿਆ ਇਹ ਕਹਿ ਲਓ। ਸਾਨੂੰ ਇਹ ਕਹਿਣਾ ਚਾਹ ਰਹੇ ਆ ਕਿ ਵੀ ਅਸੀਂ ਟਲ ਜਾਾਂਗੇ ਹੈ ਨਾ। ਕਹਿੰਦਾ ਗੁਰਦੁਆਰੇ ਜਾ ਕੇ ਚੜ ਕੇ ਆਓ, ਸ਼ਹੀਦਾਂ ਨੂੰ ਮੰਨਦਾ ਇਹ, ਪਤਾ ਨਹੀਂ ਮੰਨਦਾ ਨਹੀਂ ਮੰਨਦਾ ਹੋਏਗਾ, ਐਸੇ ਸ਼ਹੀਦ ਵਾਲੇ ਭਗਤ ਵੀ ਨਹੀਂ ਹੁੰਦੇ, ਠੀਕ ਹੈ। ਸ਼ਹੀਦਾਂ ਨੂੰ ਕਹਿੰਦਾ ਕਿ ਤੁਸੀਂ ਸੁਹਾਣੇ ਗੁਰਦੁਆਰੇ, ਹੋਰ ਕੋਈ ਗੁਰਦੁਆਰਾ ਨਹੀਂ, ਉਹੀ ਗੁਰਦੁਆਰਾ ਜਿਹੜਾ ਉਹ ਦੱਸੇਗਾ। ਮਤਲਬ ਇੰਨਾ ਕੰਟਰੋਲ ਕਰਦਾ ਉਹ ਬੰਦੇ ਨੂੰ, ਗੁਰਦੁਆਰਾ ਵੀ ਉਹੀ ਦੱਸੇਗਾ, ਪੀਐਨ ਵੀ ਉਹੀ ਭੇਜੇਗਾ, ਪੈਸਾ ਵੀ ਕੈਸ਼ ਹੀ ਲਏਗਾ, ਡੇਟਸ ਵੀ ਦੇਗਾ। ਉਹਨੇ ਆਪਣੇ ਬੰਦੇ ਨਾਲ ਭੇਜੇ ਗੁਰਦੁਆਰਾ ਸਾਹਿਬ ਨਾਲ ਤੁਸੀਂ ਜਾ ਕੇ ਸਹੁੰ ਚੁੱਕੀ? ਭੇਜਿਆ ਹੀ ਨਹੀਂ, ਪਾਰਕਿੰਗ 'ਚ ਹੀ ਬੁਲਾ ਲਿਆ ਉਹਨੇ, ਬੌਖਲਿਆ ਹੋਇਆ ਸੀ। ਉਹਦੀ ਕਾਲ ਆਈ, ਮੰਮਾ ਪਾਪਾ ਉਹਦੇ ਆਫਿਸ ਬੈਠੇ ਸੀਗੇ, ਅਸੀਂ ਦੋਨੋਂ ਗਏ, ਕਹਿੰਦਾ ਤੁਸੀਂ ਦੋਨੋਂ ਜਾਓ। ਪਤਾ ਨਹੀਂ ਆਪ ਹੀ ਕਹਿ ਕੇ ਆਪ ਹੀ ਪਾਰਕਿੰਗ ਸਾਨੂੰ ਬੁਲਾ ਲਿਆ, ਕਹਿੰਦਾ ਨਹੀਂ ਵਾਪਸ ਆ ਜਾਓ, ਕੁਝ ਨਹੀਂ ਹੁੰਦਾ ਵੀ ਹੈ ਨਾ ਕਰਦੇ। ਅੱਛਾ, ਤੁਹਾਡੇ ਸਾਹਮਣੇ ਭੇਜਿਆ ਸੀ ਇਹਨਾਂ ਨੂੰ? ਹਾਂਜੀ ਸਾਹਮਣੇ ਭੇਜਿਆ ਸੀ, ਕਿਉਂਕਿ ਬੇਟੇ ਨੇ ਆਖਤਾ, ਕਹਿੰਦਾ ਵੀ ਮੈਂ ਤਾਂ ਜਦੋਂ ਗੁਰਦੁਆਰੇ ਮੱਥਾ ਟੇਕਾਂਗਾ ਉਹਦਾ ਇਹ ਗੱਲ ਕਹੂੰਗਾ ਵੀ ਗੁਰਮੁਖ ਸਿੰਘ ਵਾਲੀਆ ਜਪ ਸਟੱਡੀ ਵੀ ਫਰਾਡ ਕਰ ਰਿਹਾ, ਵੀ ਸਾਥੋਂ 4,80,000 ਲੈ ਕੇ ਵੀ ਹੁਣ ਮੁੱਕਰ ਰਿਹਾ। ਤੇ ਗੁਰਦੁਆਰੇ ਦਾ ਵੀ ਸਾਨੂੰ ਭੇਜਿਆ ਤੇ ਵੀ ਅਸੀਂ ਸਹੁੰ ਚੁੱਕਣ ਜਾ ਰਹੇ ਹਾਂ ਤੇ ਵੀ ਅਸੀਂ ਸੱਚੇ ਬੰਦੇ ਹਾਂ। ਫਿਰ ਸਾਨੂੰ ਵਾਪਸ ਬੁਲਾ ਲਿਆ। ਮੈਨੂੰ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਕਿਉਂ ਭੇਜਿਆ, ਤੂੰ ਮਾਂ ਹੈ, ਤੂੰ ਡਰਦੀ ਨਹੀਂ ਗੀ ਵੀ ਕੁਝ ਬੱਚੇ ਦਾ ਨੁਕਸਾਨ ਹੋ ਜੇ। ਮੈਂ ਵੀ ਸੱਚ ਨਹੀਂ ਡਰਦਾ। ਇਹ ਕੀ ਗੱਲ ਤੁਹਾਨੂੰ ਕਿਹਨੇ ਕਹੀ? ਇਹ ਵੀ ਗੁਰਮੁਖ ਸਿੰਘ ਵਾਲੀਏ ਨੇ ਖੁਦ ਕਹੀ ਸਾਨੂੰ। ਤੁਹਾਨੂੰ ਡਰਾ ਰਿਹਾ ਸੀ ਇਮੋਸ਼ਨਲੀ? ਆ ਰਿਹਾ ਸੀਗਾ, ਹਾਂ। ਉਹਨੇ ਕਿਹਾ ਕਿਉਂਕਿ ਆਮ ਆਪਾਂ ਜਨਾਨੀਆਂ ਡਰ ਹੀ ਜਾਂਦੀਆਂ ਵੀ ਇੱਕ ਬੱਚਾ ਕੀ ਆਪਾਂ ਗੁਰਦੁਆਰੇ ਕਿਉਂ ਭੇਜਣਾ, ਪਰ ਨਹੀਂ, ਮੈਂ ਨਹੀਂ ਡਰਦੀ ਤੇ ਨਾ ਹੀ ਮੈਂ ਡਰਾਂ, ਇੱਕ ਰੱਬ ਤੋਂ ਬਿਨਾਂ। ਡਰੀਏ ਤਾਂ ਜੇ ਅਸੀਂ ਝੂਠ ਬੋਲੀਏ? ਹਾਂ, ਜੇ ਅਸੀਂ ਝੂਠ ਬੋਲ ਗਏ ਜਾਂ ਅਸੀਂ 2 ਨੰਬਰ ਦੀ ਕਮਾਈ ਕੀਤੀ ਹੋਵੇ, ਕਿਉਂਕਿ ਅਸੀਂ ਨਾ ਕਿਸੇ ਨੂੰ ਖਾਣ ਦਿੱਤਾ ਤੇ ਨਾ ਖਾਈਏ ਤੇ ਨਾ ਖਵਾਈਏ,
ਵੀ ਅਸੀਂ ਇਹ ਕਿਸੇ ਵਹਿਮ ਚ ਹੋਣਾ ਹੈ। ਹਾਂ ਇਹ ਕਿਸੇ ਵਹਿਮ ਚ ਹੋਣਾ ਹੈ। ਤੇ ਪਰ ਅਸੀਂ ਇਹ ਵੀ ਨਾਲ ਉਹਨੂੰ ਕਿਹਾ ਸੀ ਕਿ ਵੀ ਜਿਹੜੇ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਤੂੰ ਭੇਜ ਰਿਹਾ ਉਹ ਸਾਡੀ ਬਰਾਦਰੀ ਦਾ ਹੀ ਆ, ਅਸੀਂ ਵੀ ਸੰਧੂ ਬਰਾਦਰੀ ਚੋਂ ਬਾਬਾ ਦੀਪ ਸਿੰਘ ਦੇ ਹੀ ਵਾਰਸ ਹਾਂ, ਵੀ ਸਾਨੂੰ ਕੁਝ ਨਹੀਂ ਹੁੰਦਾਗਾ, ਵੀ ਡਰਾਵੇ ਨਾਲ ਨਹੀਂ ਹੁੰਦਾਗਾ। ਕਹਿੰਦਾ ਤੁਸੀਂ ਇੰਨੇ ਸਫ਼ਰ 'ਚ ਜਾਣਾ, ਮੈਂ ਕੁਝ ਨਹੀਂ ਹੁੰਦਾ, ਰੱਬ ਚਾਹੀਦਾ ਉੱਤੇ। ਫਿਰ ਇਹਨੇ ਆਪ ਹੀ ਵਾਪਸ ਬੁਲਾ ਲਿਆ। ਆਪ ਹੀ ਵਾਪਸ ਬੁਲਾ ਲਿਆ। ਹੁਣ ਸਾਨੂੰ ਫੋਨ ਕੀਤਾ ਵੀ ਜਿੰਨੇ ਮਰਜ਼ੀ ਪੈਸੇ ਲੈ ਲਓ ਤੇ ਪੁਲਿਸ ਕੋਲੇ ਨਾ ਜਾਓ। ਅਸੀਂ ਕਿਹਾ ਵੀ ਨਹੀਂ। ਮੈਂ ਕਿਹਾ ਵੀ ਫੇਰ ਵੀ ਤੂੰ ਵਾਲੀਆ ਸਾਹਿਬ, ਮੈਂ ਹੀ ਫੋਨ ਚੱਕਿਆ, ਵਾਲੀਆ ਸਾਹਿਬ ਤੂੰ ਤਾਂ ਮੇਰਾ ਫੋਨ ਚੱਕਿਆ ਨਹੀਂ ਸੀ। ਕਹਿੰਦਾ ਸੀਗਾ ਮੈਂ ਹੋਰ ਤੋਂ ਕਿਸੇ ਦੇ ਪੈਸੇ ਦੇਣੇ ਹੀ ਨਹੀਂ ਤੇ ਮੈਂ ਜਾਣਦਾ ਹੀ ਨਹੀਂ। ਮੈਂ ਤੈਨੂੰ ਫੇਰ ਵੀ ਫੋਨ ਚੱਕ ਲਿਆ, ਤੇਰਾ ਗੱਲ ਵੀ ਕਰ ਲਈ, ਜਾਣਦੇ ਆ। ਤੇ ਮੈਂ ਕਿਹਾ ਵੀ ਮੈਂ ਨਹੀਂ, ਅਸੀਂ ਨਹੀਂ ਹਜੇ ਕਰਨਾ, ਕੋਈ ਨਹੀਂ, ਅਸੀਂ ਡੀਜੀਪੀ ਦੇ ਸਾਹਮਣੇ ਨਵੇੜਾ ਕਰਨਾ ਹੈ। ਤੁਸੀਂ ਕਹਿ ਰਹੇ ਭਾਜੀ ਜਿਹੜੇ ਇਹਨਾਂ ਨੇ ਭਾਈ ਮੁੰਡੇ ਭੇਜੇ ਨਾ ਨਾਲ ਸਹੁੰ ਚੁਕਾਉਣ ਲਈ, ਉਹ ਮੁੰਡੇ ਜਦੋਂ ਇਹਨੂੰ ਮੁੰਡੇ ਨੂੰ ਫੋਨ ਕੀਤਾ ਹੀ ਵਾਪਸ ਲਿਆ। ਉਹ ਮੁੰਡਾ ਕਹਿੰਦਾ ਵੀਰੇ ਹਰ ਕਿਸੇ ਨਾਲ ਹੀ ਐਂ ਕਰਦਾ ਹੈ। ਕਹਿੰਦਾ ਤੁਸੀਂ ਤਾਂ ਕਹਿਤਾ ਵੀ ਹਾਂ ਚੱਲ ਵੜਦੇ ਆ, ਕਹਿੰਦਾ ਲੋਕ ਤਾਂ ਡਰ ਜਾਂਦੇ ਆ ਔਰ ਵਾਪਸ ਜਾ ਵੜਦੇ ਆ। ਅੱਛਾ, ਉਹਦਾ ਆਪਣਾ ਸਟਾਫ ਕਹਿੰਦਾ ਸਟਾਫ ਮੁੰਡਾ ਸਰਦਾਰ ਮੁੰਡਾ ਸੀਗਾ, ਉਹ ਕਹਿੰਦਾ ਵੀਰੇ ਕਈ ਤਾਂ ਐਵੇਂ ਪੈਸੇ ਛੱਡ ਕੇ ਚਲੇ ਜਾਂਦੇ ਆ ਵੀ ਡਰ ਦੇ ਮਾਰੀ ਸਹੁੰ। ਮਤਲਬ ਮਗੀ ਨੇ ਰੱਬ ਦਾ ਵੀ ਖੌਫ ਰੱਖਿਆ ਹੋਇਆ ਹੈ। ਬਿਲਕੁਲ ਬਿਲਕੁਲ, ਵਾਹਿਗੁਰੂ ਵਾਹਿਗੁਰੂ ਕਰਕੇ ਪਤਾ ਨਹੀਂ ਉਹ ਕੀ ਕਰ ਰਹੇ ਆ, ਮੈਨੂੰ ਨਹੀਂ ਪਤਾ ਕਿ ਵਾਹਿਗੁਰੂ ਇਹਦੇ ਨਾਲ ਹੈ ਤਾਂ ਫਿਰ ਸਾਡੇ ਵਾਸਤੇ ਕਿਤੇ ਹੈ ਹੀ ਨਹੀਂ ਵਾਹਿਗੁਰੂ। ਪਰਮਾਤਮਾ ਚੰਗੇ ਬੰਦੇ ਵੀ ਦੇਖਦਾ, ਚੰਗੇ ਕੰਮ ਵੀ ਦੇਖਦਾ। ਉੱਥੇ ਅਮਲਾਂ ਦੇ ਨਿਬੇੜੇ ਹੁੰਦੇ ਨੇ, ਕੰਮਾਂ ਦੇ ਨਿਬੇੜੇ ਹੁੰਦੇ ਨੇ, ਉੱਤੇ ਝੂਠ ਦਾ ਨਿਬੇੜਾ ਨਹੀਂ ਹੁੰਦਾ। ਹਾਂਜੀ ਇਹਦਾ ਪਤਾ ਤਾਂ ਡਰੇ ਨਹੀਂ ਗੇ, ਤਾਂ ਹੀ ਡਰੇ ਨਹੀਂ ਅਸੀਂ, ਤਾਂ ਹੀ ਸੱਚੇ ਕਰਕੇ ਅਸੀਂ ਕਿਹਾ ਵੀ ਨਹੀਂ ਗੁਰਦੁਆਰੇ ਮੱਥਾ ਟੇਕਣ ਦਿਓ ਤੇ ਬੋਲਣ ਦਿਓ ਵੀ। ਅਸੀਂ ਕਿਹਾ ਵੀ ਬੋਲ ਕੇ ਆਉਣਾ, ਮੱਥਾ ਟੇਕ ਕੇ ਆਉਣਾ, ਕੋਈ ਨਹੀਂ, ਕੁਛ ਨਹੀਂ ਹੁੰਦਾਗਾ। ਸੱਚੇ ਨੂੰ ਮਾਰ ਨਹੀਂ ਕਦੇ ਵੀ ਪੈਂਦੀ ਗੀ, ਚੜਾਈ ਹੁੰਦੀ ਹੈ ਉਹਦੀ। ਲੇਕਿਨ ਮਾਤਾ ਜੀ 2 ਸਾਲਾਂ ਤੋਂ ਅਸੀਂ ਹਜੇ ਤੱਕ ਵੀ ਡੋਲੇ ਨਹੀਂ ਗਏ। ਅਸੀਂ ਕਹਿੰਦੇ ਆ ਵੀ ਅਸੀਂ ਪੈਸੇ ਕਢਵਾ ਕੇ ਵੀ ਲੈਣੇ ਆ ਤੇ ਲੋਕਾਂ ਨੂੰ ਵੀ ਜਾਗਰ ਕਰਨਾ ਹੈ। ਬਹੁਤ ਚੰਗੀ ਗੱਲ ਹੈ। ਮੈਂ ਦੱਸਦੀ ਹਾਂ ਕਿ ਅਸੀਂ ਇੰਨੇ ਗੁੱਸੇ 'ਚ ਆ, ਅਸੀਂ ਇੰਨੇ ਪਰੇਸ਼ਾਨ ਕਿਉਂ ਹਾਂ। ਸਭ ਲੌਜੀਕਲੀ ਹੈ, ਇਹਦੇ ਕੋਲ ਲੌਜਿਕ ਨਹੀਂ ਹੁੰਦਾ ਗੱਲ ਦਾ, ਠੀਕ ਹੈ। ਜਦ ਡੇ 1 ਤੇ ਅਸੀਂ ਇਹਨੂੰ ਕਿਹਾ ਕਿ ਪੈਸੇ ਦੇ ਸਾਡਾ ਕੇਸ ਵਾਪਸ ਕਰ ਦਿਓ, ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਮੈਨੂੰ ਲੱਗਦਾ ਕਿ ਪ੍ਰੋਬਲਮ ਹੋਣੀ ਚਾਹੀਦੀ ਹੈ ਇਮੀਗ੍ਰੇਸ਼ਨ ਨੂੰ। ਅਸੀਂ ਕਿਹਾ ਕੇਸ ਵਾਪਸ ਲੈ ਲਓ, ਤੁਹਾਡੀ ਜਿਹੜੀ ਫੀਸ 35,000 ਦਿੰਦੇ ਹੋ ਉਹ ਰਿਫੰਡੇਬਲ ਨਹੀਂ, ਨਾਨ ਰਿਫੰਡੇਬਲ ਹੁੰਦੀ ਹੈ। ਅਸੀਂ ਕਿਹਾ ਉਹ ਰੱਖ ਲੈ ਤੂੰ, ਸਾਨੂੰ ਬਾਕੀ ਇਹਦੇ ਜਿਵੇਂ ਦੇ ਵਰਡ ਸੀਗੇ ਵੀ ਤੁਹਾਡਾ ਵੀਜ਼ਾ ਨਹੀਂ ਲੱਗੇਗਾ ਤਾਂ ਤੁਹਾਨੂੰ ਵਾਪਸ ਮਿਲੇਗਾ ਪੈਸਾ, ਠੀਕ ਹੈ। ਅਸੀਂ ਕਿਹਾ ਸਰ ਤੁਹਾਡਾ ਨਹੀਂ ਲਗਾਉਣਾ ਸੀ ਵੀਜ਼ਾ, ਸਾਡੇ ਪੈਸੇ ਵਾਪਸ। ਜੈਨੂਨ ਗੱਲ ਹੈ, ਸੈਂਸ ਵੀ ਬਣਦੀ 6 ਮਹੀਨੇ ਬਾਅਦ, ਉਹ ਵੀ 7 ਮਹੀਨੇ ਬਾਅਦ। ਜਦੋਂ GT ਵੀ ਇਹਨਾਂ ਤੋਂ ਬੁਲਾਇਆ ਨਹੀਂ ਗਿਆ, ਮੰਗਾਇਆ ਨਹੀਂ ਗਿਆ ਆਸਟ੍ਰੇਲੀਆ ਤੋਂ, ਰੂਲਸ ਹੀ ਬਦਲਾਤੇ, ਮਤਲਬ ਉਹ ਛੱਡੋ। ਫਿਰ ਜੀ ਅਸੀਂ ਕਾਲ ਕੀਤੀ ਵੀ ਪੈਸੇ ਵਾਪਸ ਦੇ ਦਿਓ। ਉਸ ਤੋਂ ਬਾਅਦ ਜਿਹੜਾ ਸਾਰੀ ਸ਼ੁਰੂ ਹੋਈ ਹੈ, ਅਸੀਂ ਇਰੀਟੇਟਡ ਕਿਉਂ ਹਾਂ। ਇਹ ਕੀ ਕਰਦਾ ਹੈ, ਇਹਨੇ ਚੈੱਕਸ ਦਿੱਤੇ, ਚੈੱਕਸ ਤੋਂ ਪਹਿਲਾਂ ਆ ਜਾਓ ਤੁਹਾਨੂੰ 20,000 ਕਰਕੇ ਮੋੜੂੰਗਾ, 480। ਮੈਨੂੰ ਨਹੀਂ ਪਤਾ, ਆਪਾਂ ਤਾਂ ਦਿੱਤੇ ਨਹੀਂ ਕਦੇ ਐਵੇਂ ਉਧਾਰ, ਜੇ ਆਪਾਂ ਕਿਸੇ ਨੂੰ ਪੈਸੇ ਲੈ ਨਹੀਂ। ਮਤਲਬ ਤੁਹਾਡੇ ਦਿੱਤੇ ਹੋਏ ਪੈਸੇ ਕਹਿ ਰਹੇ ਸੀ ਮੈਂ, ਅੱਛਾ ਮੋੜਨ ਨੂੰ ਮੰਨ ਗਿਆ ਸੀ ਪਹਿਲਾਂ। ਬਹੁਤ ਸੌਹਾਂ ਤੋਂ ਬਾਅਦ ਨਾ, ਵੀ ਜਦੋਂ ਅਸੀਂ ਹਨਾ, ਮੈਂ ਤਕਰੀਬਨ 1.5 ਸਾਲ ਬਾਅਦ ਇਹਨੇ ਕਿਤੇ ਹੱਥ ਪੱਲਾ ਫੜਾਇਆ। ਬਿਲਕੁਲ ਕਹਿੰਦਾ 20,000 ਦਊਂਗਾ ਮਹੀਨੇ ਦਾ। ਮੈਂ ਕਿਹਾ ਮੈਨੂੰ ਨਹੀਂ ਪਤਾ ਵੀ 20,000 ਵੀ ਮੋੜੇ ਜਾਂਦੇ ਲੱਖਾਂ 'ਚ, ਮਤਲਬ ਉਹ ਵੀ ਬਹੁਤ ਔਖਾ ਹੋ ਕੇ ਦਊਂਗਾ, ਮੰਗ ਕੇ ਦਊਂਗਾ ਕਿਸੇ ਤੋਂ। ਉਹਦੀ ਅੱਜ ਵੀ ਵਰਡਿੰਗ ਇਹੀ ਹੈ, ਉਹਦੀ ਕੱਲ ਵੀ ਇਹੀ ਸੀ, ਉਹਦੀ ਉਸ 2 ਸਾਲ ਪਹਿਲਾਂ ਵੀ। ਇੰਨਾ ਟਾਈਟ ਹੈ ਹੱਥ ਤੋਂ ਮਤਲਬ। ਹਾਂ ਜੈਗੁਆਰ 'ਚ ਘੁੰਮਦਾ ਹੈ, ਉਹਦੇ ਕੋਲ ਨਹੀਂ ਪੈਸੇ ਪੈਟਰੋਲ ਦੇ, ਵਾਈਫ ਨੂੰ ਮਰਸੀਡੀਜ਼ ਗਿਫਟ ਕਰ ਰਿਹਾ ਹੈ, ਉਹਦੇ ਕੋਲ ਪੈਸੇ ਨਹੀਂ ਹੈ। ਮੈਨੂੰ ਨਹੀਂ ਪਤਾ ਕਿਵੇਂ ਪੈਸੇ ਲੈ ਰਿਹਾ। ਉਹ 20,000 ਦੇਗਾ, 4 ਲੱਖਾਂ ਦੀ ਅਮਾਊਂਟ ਉਹ ਵਾਪਸ ਕਰੇਗਾ 20,000 'ਚ। ਫਿਰ ਅਸੀਂ ਚਲੋ ਅਸੀਂ ਕਿਹਾ ਨਹੀਂ ਵੀ ਇਹ ਤਾਂ ਜੈਨੂਨ ਗੱਲ ਹੀ ਨਹੀਂ ਹੈ 20,000, ਉਹ ਛੱਡੋ। ਉਹ ਵੀ ਇਰੀਟੇਟ ਅਸੀਂ ਨਹੀਂ ਹੋਏ, ਚਲੋ ਮੈਂ ਕਿਹਾ ਗੱਲ ਕਹਿਤਾ ਹੈ ਨਾ। ਫਿਰ ਆਮ ਲੋਕ ਆਪਾਂ ਸਮਝਦੇ ਚਲੋ ਕੋਈ ਨਹੀਂ, ਹੱਥ ਟਾਈਟ ਹੋਏਗਾ ਨਾ, ਨਹੀਂ ਸਮਝੇ ਉਸ ਚੀਜ਼ ਨੂੰ। ਫਿਰ ਕਿਉਂਕਿ ਆਪ ਚਲਾਕ ਨਹੀਂ ਆ, ਪੇਰੈਂਟਸ ਚਲਾਕ ਦੇਖੇ ਨਹੀਂ। ਫਿਰ ਕੀ ਹੋਇਆ, ਇਹਨੇ ਕਿਹਾ ਕਿ ਹੁਣ ਤੁਸੀਂ ਲੱਖ ਰੁਪਏ ਲੈ ਲਓ, ਠੀਕ ਹੈ, ਵੀ ਬਾਅਦ 'ਚ ਦੇਖਦੇ ਹਾਂ, ਇਹ ਤਾਂ ਫੜੋ ਇੱਕ ਵਾਰੀ। ਚਲੋ ਇਹ ਗੱਲਾਂ ਨੂੰ ਮੈਂ ਜਿਹੜੀ ਗੱਲ ਕਰ ਰਹੀ ਹਾਂ ਨਾ, ਇਹ ਗੱਲਾਂ 'ਚ ਹੀ 2-2 ਮਹੀਨੇ ਨਿਕਲੇ ਆ ਇਸ ਗੱਲ ਨਾਲ ਹੀ ਸਿਰਫ। ਇੱਕ ਗੱਲ ਤੇ ਦੂਜੀ ਗੱਲ ਤੇ ਪਹੁੰਚਣ ਲਈ 2 ਮਹੀਨੇ ਨਿਕਲ ਗਏ। 3 ਮਹੀਨੇ ਵੀ ਹੋ ਸਕਦੇ ਆ, ਠੀਕ ਹੈ। ਅਸੀਂ ਤਾਂ ਇਹਨੇ ਇਰੀਟੇਟ ਆ। ਇਹ ਕੀ ਕਰਦਾ ਹੈ, ਇਹਨੇ WhatsApp ਬਲੌਕ ਕੀਤਾ, ਇਹਨੇ ਸਾਰੇ ਕਾਲ ਨੰਬਰ ਬਲੌਕ ਕੀਤੇ, ਠੀਕ ਹੈ। ਇਹਦੇ ਸਾਰੇ ਸਟਾਫ ਨੂੰ ਦੱਸਤਾ ਕਿ ਅਨਾਮਿਕਾ ਨਾਮ ਦੀ ਕਾਲ ਆਏਗੀ ਤਾਂ ਬੋਲ ਦਿਓ ਕਿ ਸਰ ਆਫਿਸ ਨਹੀਂ ਹੈ, ਠੀਕ ਹੈ। ਇਹਨਾਂ ਦੇ ਨੰਬਰ ਤੋਂ ਕਾਲ ਕੀਤੀ, ਇਹਦਾ ਨੰਬਰ ਨਹੀਂ ਸੇਵ ਸੀ ਮੇਰੇ ਹਸਬੈਂਡ ਦਾ, ਚੱਕ ਲਈ ਕਾਲ। ਉਸ ਤੋਂ ਬਾਅਦ ਉਸ ਨੰਬਰ ਦੁਆਰਾ ਨਹੀਂ ਚੱਕੀ। ਇਹ ਗੱਲ ਨੂੰ ਹੋ ਗਿਆ ਮੈਨੂੰ ਕਿਵੇਂ ਟਰਾਈ ਕਰੀਏ ਅਸੀਂ। ਫਿਰ ਅਸੀਂ ਡੈਫੀਨਿਟਲੀ ਲੀਗਲ ਹੋਏ, ਠੀਕ ਹੈ। ਫਿਰ ਅਸੀਂ ਆਪਣਾ ਕੇਸ ਕੀਤਾ। ਕੇਸ ਤੋਂ ਪਹਿਲਾਂ ਅਸੀਂ ਐਡਵੋਕੇਟ ਨੂੰ ਕਾਲ ਕੀਤਾ, ਜਿਹੜਾ ਹੁੰਦਾ ਹੈ ਕਿ ਚੈੱਕਸ ਜਦ ਬਾਉਂਸ ਹੁੰਦੇ ਆ ਇਨਸਫੀਸ਼ੀਐਂਟ ਬੈਲੈਂਸ ਕਰਕੇ, ਉਹਦੇ ਕਰਕੇ ਉਹਨੂੰ ਵੀ 3-4 ਮੰਥਸ ਵੇਟ ਕਰਾ ਕੇ ਵਕੀਲ ਨੂੰ ਇਹਨੇ 1,55,000 ਮੋੜਿਆ। ਕਹਿੰਦਾ ਚੈੱਕ ਦੇ ਜਿਓ, ਠੀਕ ਹੈ। ਉਸ ਹਾਂ ਦੇ ਵਿੱਚ ਵੀ ਵੇਟ ਕਰਕੇ ਫਿਰ ਉਹਨੇ ਜਿਹੜੀ ਡੇਟਸ ਪਾਈਆਂ ਸੀ, ਚੈੱਕਸ ਵਾਪਸ 3 ਦਿੱਤੇ, 1 ਮਹੀਨੇ ਦਾ ਗੈਪ ਸੀਗਾ, ਸਾਰੇ ਬਾਉਂਸ ਹੋਏ। ਅਸੀਂ ਉਹਦੀ ਵੇਟ ਕੀਤੀ, ਪਹਿਲਾਂ ਸੋਚੋ। ਲੇਕਿਨ ਜਦੋਂ ਚੈੱਕ ਦਿੱਤੀ ਹੈ ਤੁਸੀਂ SHO ਸਾਹਿਬ ਨੂੰ ਕਿਹਾ ਨਹੀਂ ਵੀ ਤੁਸੀਂ ਤੁਹਾਡੇ ਸਾਹਮਣੇ ਤੁਸੀਂ ਬੈਠ ਕੇ ਉਹ ਵੀ 1 ਲੱਖ ਰੁਪਏ ਘੱਟ ਦੇ ਵਿੱਚ ਨਿਬੇੜਾ ਕਰਾਇਆ ਹੈ, ਉਹ ਵੀ ਚੈੱਕ ਬਾਉਂਸ ਹੋ ਗਏ। ਉਹ ਦੂਸਰੇ ਸੈਂਟੈਂਸ 'ਚ SHO ਨੇ ਕਹਿਤਾ ਕਿ 4-3 ਮਿਲੇਗਾ ਲੱਖ ਰੁਪਏ। ਉਹਨਾਂ ਨੇ ਗੱਲ ਘਟਾ ਕੇ ਗੱਲ ਸ਼ੁਰੂ ਕੀਤੀ ਹੈ। ਤੁਸੀਂ ਪੁੱਛਿਆ SHO ਸਾਹਿਬ ਕਿਉਂ, ਤੁਸੀਂ ਕਿਉਂ ਘਟਾ ਰਹੇ ਹੋ? ਅਸੀਂ ਪੈਸੇ ਘੱਟ ਦਿੱਤੇ ਆ ਜਾਂ ਉਹਦੇ ਕੋਲ ਜਾ ਕੇ ਕਿਤੇ $US ਥੱਲੇ ਡਿੱਗ ਪਿਆ ਜਿਹੜਾ ਤੁਸੀਂ ਲੱਖ ਰੁਪਏ ਸਿੱਧੇ ਘਟਾਤਾ? ਉਹ ਆਈ ਗੈਸ SHO ਸਰ ਬਹੁਤ ਰੈਡੀ ਸੀ, ਉਹ ਆਲਰੇਡੀ ਆਪਣੇ ਆਨਸਰ ਨਾਲ ਮੈਂ ਵੀ ਉਹਨਾਂ ਨੂੰ ਇਹੀ ਕਿਹਾ
ਵੀ ਹੈ ਨਾ ਜਿੰਨਾ ਆਪਾਂ ਕਰ ਸਕਦੇ ਹਾਂ ਐਜ਼ ਅ ਗਰਲ ਜਾਂ ਤੁਸੀਂ ਕਹਿ ਲਓ ਐਜ਼ ਅ ਡਾਟਰ ਇਨ ਲਾਅ ਹੈ ਨਾ ਮੈਨੂੰ ਕਹਿਣ ਪਹਿਲੇ ਹੀ ਸੈਂਟੈਂਸ ਤੁਸੀਂ ਬੋਲਦੇ ਬਹੁਤ ਜ਼ਿਆਦਾ ਹੋ ਮੈਂ ਤਾਂ ਕੁਝ ਬੋਲੀ ਵੀ ਨਹੀਂ ਸੀ ਆਪਣੇ ਹੱਕ ਮੰਗਣੇ ਚਾਹੀਦੇ ਆ। ਹੁਣ ਕਿਸਾਨ ਜਾ ਕੇ ਧਰਨੇ ਲਾ ਕੇ ਦਿੱਲੀ ਦੀ ਇੱਕ ਤੇ ਬੈਠੇ ਨੇ, ਅਸੀਂ ਆਪਣਾ ਹੱਕ ਇੱਥੇ ਵੀ ਨਾ ਮੰਗੀਏ? ਬਿਲਕੁਲ ਮੈਨੂੰ ਲੱਗਿਆ ਕਿ ਸ਼ਾਇਦ ਤੁਸੀਂ ਗਲਤ ਹੋ। ਮੇਰੇ ਪਾਪਾ ਨੇ ਅਪਬ੍ਰਿੰਗਿੰਗ ਮੇਰੇ ਸਕੂਲਿੰਗ 'ਚ ਸਿਖਾਇਆ ਗਿਆ, ਮੈਂ ਖੁਦ ਟ੍ਰੇਨਰ ਹਾਂ ਰਾਈਟ, ਮੈਨੂੰ ਦੱਸਿਆ ਗਿਆ ਕਿ ਆਪਣੇ ਰਾਈਟਸ ਤੁਸੀਂ ਕਿਵੇਂ ਮੰਗ ਸਕਦੇ ਹੋ। ਇੱਕ ਪੜ੍ਹੇ ਲਿਖੇ ਨੂੰ ਤੁਸੀਂ ਤੇਜ਼ ਹੋਣਾ ਕਹਿੰਦੇ ਹੋ ਤਾਂ ਮੈਂ ਤੇਜ਼ ਹਾਂ, ਠੀਕ ਹੈ। ਤੁਸੀਂ ਇੱਕ ਡਿਗਰੀ ਹੋਲਡਰ ਨੂੰ ਕਹਿ ਰਹੇ ਹੋ ਕਿ ਤੇਜ਼ ਹੋ, ਹਾਂ ਮੈਂ ਤੇਜ਼, ਫਿਰ ਮੈਂ ਪੜ੍ਹੀ ਲਿਖੀ ਹਾਂ, ਫਿਰ ਠੀਕ ਹੈ। ਫਿਰ ਕਹਿੰਦਾ ਕਿ ਤੁਹਾਨੂੰ ਪੈਸੇ ਮਿਲ ਰਹੇ ਆ ਨਾ, ਐਨੇ ਕੌਣ ਕਹਿੰਦਾ? ਐਸਐਚਓ ਸਰ ਕਹਿੰਦੇ ਕਿ ਤੁਹਾਨੂੰ ਪੈਸੇ ਮਿਲ ਰਹੇ ਆ ਨਾ, ਲੱਖ ਦਾ ਕੀ ਹੈ, ਐਨੇ ਵੀ ਨਹੀਂ ਮਿਲਦੇ ਲੋਕਾਂ ਨੂੰ, ਤੁਹਾਨੂੰ ਤਾਂ ਹੁਣੇ ਮਿਲ ਰਹੇ ਆ, ਤੁਸੀਂ ਤਾਂ ਕਿਸਮਤ ਵਾਲੇ ਹੋ, ਕਲੀਅਰ ਹੋ ਰਿਹਾ ਤੁਹਾਡਾ ਪੈਸਾ। ਇਹ ਤਾਂ ਇੱਕ ਪੁਲਿਸ ਆਫੀਸਰ ਦੀ ਉਹ ਹੈ ਵਰਡਿੰਗ, ਪਤਾ ਨਹੀਂ ਮੈਨੂੰ ਉਹ ਨੇਬਰਹੁੱਡ ਨਿਭਾਉਂਦੇ ਆ ਕਿਉਂਕਿ ਮਟੌਰ ਤੋਂ ਸਾਹਮਣੇ ਹੀ ਹੈ, ਜਬ ਸਟੱਡੀ ਹੈ, ਬਿਲਕੁਲ ਰੋਡ ਕ੍ਰਾਸ ਕਰਕੇ ਡਿਸਟੈਂਸ ਹੈ। ਅਸੀਂ ਆਨੇ 350 ਕਿਲੋਮੀਟਰ ਤੋਂ। ਬੱਚਾ ਮੇਰਾ ਛੋਟਾ ਹੈ, 6 ਮਹੀਨੇ ਸੀਗਾ ਜਦੋਂ ਇਹ ਹੋਇਆ ਸੀਗਾ, 6 ਮਹੀਨੇ ਸੀਗਾ, ਹੁਣੇ ਬੱਚਾ 2 ਸਾਲ ਪਲੱਸ ਹੋ ਗਿਆ, ਠੀਕ ਹੈ। ਅਸੀਂ ਪੁਲਿਸ ਦੇ ਧੱਕੇ ਖਾ ਰਹੇ ਹਾਂ, ਬੱਚੇ ਚੱਕ ਕੇ ਜਾ ਰਹੀ ਹਾਂ ਮੈਂ, ਠੀਕ ਹੈ। ਇਸ ਲਈ ਅਸੀਂ ਇਰੀਟੇਟ ਹਾਂ, ਇਰੀਟੇਟ ਨਹੀਂ, ਹੁਣ ਪੈਸਿਆਂ ਦੀ ਗੱਲ ਨਹੀਂ ਰਹੀ, ਹੁਣ ਇਹ ਮੈਂਟਲ ਹਰਾਸਮੈਂਟ ਦੀ ਐਸੇ ਲੋਕਾਂ ਨੂੰ ਇਹ ਸੁਸਾਇਟੀ ਕਿਵੇਂ ਐਕਸੈਪਟ ਕਰ ਰਹੀ ਹੈ, ਇਹ ਕੁਐਸਚਨ ਹੈ। ਇਹ ਕਾਰੀ ਕਿਉਂ ਰਹੀ ਹੈ, ਬਿਜ਼ਨਸ ਚਲਾਈ ਕਿਉਂ ਰਿਹਾ ਹੈ, ਇਹ ਚਲਾਉਂਦਾ ਵੀ ਹੈ ਕਿ ਕੀ ਕਰਦਾ ਹੈ ਮੈਨੂੰ ਨਹੀਂ ਪਤਾ। ਇਹਨੂੰ ਖੁਦ ਨੂੰ ਜੇ ਕਹਿ ਦੋ ਕਾਲ ਕਰਕੇ, ਨਹੀਂ ਮੈਨੂੰ ਨਹੀਂ ਪਤਾ, ਮੇਰਾ ਮੈਨੇਜਰ ਦੇਖੇਗੀ, ਮੇਰੀ ਮੈਨੇਜਰ ਲਿਖੇਗੀ। ਤੁਸੀਂ ਤਾਂ ਬਹੁਤ ਮੈਡਮ ਜੀ, ਅਨਾਮਿਕਾ ਤੁਸੀਂ ਮੇਰੀ ਛੋਟੀ ਭੈਣ ਵਰਗੀ ਹੈ, ਤੂੰ ਤਾਂ ਮੇਰਾ ਭਾਈ ਹੈ, ਐਵੇਂ ਰਿਸ਼ਤਾ ਬਣਾਉਂਦਾ ਹੈ। ਤੂੰ ਮੇਰੀ ਛੋਟੀ ਭੈਣ ਹੈ, ਤੂੰ ਤਾਂ ਬਹੁਤ ਪੜ੍ਹੇ ਲਿਖੀ ਹੈ। ਅੱਜ ਦੀ ਕਾਲ 'ਚ ਵੀ ਜਦੋਂ ਬਹੁਤ ਕੁਝ ਕਰਨ ਤੋਂ ਬਾਅਦ ADGP ਸਰ ਨੇ ਆਈ ਮਸਟ ਸੇ ਕਿ ਸੀਨੀਅਰਸ ਆਰ ਐਟ ਲੀਸਟ ਯੂ ਕੈਨ ਪ੍ਰਾਊਡ ਆਫ, ਹੈ ਨਾ, ਸਟਿਲ ਹਲੇ ਹੈਗੇ ਹੈ। ਮੈਨੂੰ ADGP ਸਰ ਦਾ ਜਿਹੜਾ ਪਰਸਨੈਲਿਟੀ ਹੈ, ਉਹਨਾਂ ਦਾ ਔਰਾ ਹੈ ਜਿਹੜਾ ਬਹੁਤ ਪੋਜ਼ਿਟਿਵ ਲੱਗਿਆ। ਉਹਨਾਂ ਨੇ ਪੋਜ਼ਿਟਿਵਲੀ ਕਿਹਾ ਤਾਂ ਸੁਣ ਕੇ ਕਿ ਜੇ ਆਪਣੇ ਮਹਿਕਮੇ ਦੇ ਬੱਚੇ ਨਾਲ ਹੀ ਹੋ ਰਿਹਾ, ਮੇਰੇ ਪਾਪਾ ਫਾਦਰ ਇਨ ਲਾਅ SI ਹੈ, ਉਹਨਾਂ ਨੇ ਸਾਫ਼ ਇੱਕ ਵਰਡਿੰਗ ਬੋਲਦੀ ਕਿ ਆਪਣੇ ਮਹਿਕਮੇ ਨਾਲ ਵੀ ਹੋ ਰਿਹਾ। ਸਮਝ ਰਹੇ ਹੋ, ਇਹ ਸਟੇਟਮੈਂਟ ਇੱਕ ਲੇਮ ਸਟੇਟਮੈਂਟ ਹੈ, ਇੱਕ ਵੈਰੀ ਡਾਊਟਫੁਲ ਸਟੇਟਮੈਂਟ ਹੈ, ਕੁਐਸਚਨੇਬਲ ਸਟੇਟਮੈਂਟ ਹੈ ਕਿ ਆਪਣੇ ਮਹਿਕਮੇ ਨਾਲ ਹੀ ਹੋ ਰਿਹਾ, ਠੀਕ ਹੈ। ਉਸ ਤੋਂ ਬਾਅਦ ਉਹਨੇ ਕਹਿਤਾ ਕਿ ਬੇਟਾ ਆਪਣਾ ਲਿਖਾਓ, ਕੰਪਲੇਂਟ ਲਿਖਾਓ। ਇਹ ਗੱਲ ਸੀਗੀ ਕੱਲ੍ਹ ਦੀ, ਠੀਕ ਹੈ। ਅੱਜ ਦੁਪਹਿਰ ਤੋਂ ਅਸੀਂ ਬੈਠੇ ਹਾਂ DSP ਸਰ ਦੇ ਆਫਿਸ ਬਾਹਰ ਬੈਠੇ ਹਾਂ ਬਸ। ਉਹਨੂੰ ਵੀ ਬੁਲਾਇਆ ਸੀ? ਉਹ ਵੀ ਬੈਠੇ ਆ ਕੇ? ਉਹ ਲੱਕੀ ਹੈ, ਉਹ ਸਿਰਫ ਆਇਆ 2 ਮਿੰਟ ਲਈ ਐਜ਼ ਅ ਚੀਫ ਗੈਸਟ, ਜਿਵੇਂ ਸਾਨੂੰ ਲੱਗਿਆ ਅਸੀਂ ਕ੍ਰਿਮੀਨਲ ਹਾਂ, ਉਹ ਫ੍ਰੀ ਹੈ। ਉਹ ਸਿਰਫ 2 ਮਿੰਟ ਲਈ ਆਇਆ, ਉਹਨੇ ਰੋਡ ਪਾਰ ਤੁਹਾਨੂੰ ਦੱਸਿਆ, ਮੈंने ਉਹਦਾ ਜਬ ਸਟੱਡੀ 7 ਫੇਜ਼ ਉੱਪਰ ਹੀ ਹੈ, ਸਾਹਮਣੇ ਹੀ ਹੈ ਉਹਦੇ ਪੁਲਿਸ ਸਟੇਸ਼ਨ ਦੇ ਸਾਹਮਣੇ, ਠੀਕ ਹੈ ਜੀ। ਉਹਨੇ ਸਿਰਫ ਰੋਡ ਕ੍ਰਾਸ ਕਰਕੇ ਆਣਾ ਸੀ, ਉਹ 2 ਮਿੰਟ ਲਈ ਆਇਆ ਸਿਰਫ। ਦੂਸਰੀ ਵਾਰੀ ਚੈੱਕ ਦੇਣ ਵੀ ਉਹ ਕਿਵੇਂ ਆਇਆ, ਆਪਣੇ ਬੰਦੇ ਨੂੰ ਭੇਜਿਆ ਉਹਨੇ। ਚੈੱਕ ਲੈ ਲਿਆ? ਕੀ ਕਹਿੰਦਾ ਉਹ, ਕਿੰਨਾ ਕਿਤੇ ਚੈੱਕ ਦਿੱਤਾ? ਨਹੀਂ ਲਿੱਤਾ ਅਸੀਂ, ਉਹ ਕਿਉਂਕਿ ਭੀਖ ਨਹੀਂ ਲੈ ਰਹੇ, ਆਪਣਾ ਹਾਰਡ ਐਂਡ, ਮੇਰੇ ਪਾਪਾ ਦੀ ਹਾਰਡ ਐਂਡ ਬਣੀ ਹੈ। ਅੱਜ ਫਿਰ ਪੁਲਿਸ ਆਫੀਸਰਸ ਨੇ DSP ਸਾਹਿਬ ਨੇ ਕਿਸੇ ਨੇ ਕੁਝ ਕਿਹਾ ਵੀ ਹਾਂ ਵੀ FIR ਕਰ ਦੇ? ਕਿਉਂਕਿ ADG ਸਾਹਿਬ ਨੇ ਸਿੱਧਾ ਕਿਹਾ ਸੀ ਵੀ FIR ਕਰੋ। ਐਕਸਕਿਊਜ਼ਸ ਦਿੱਤੇ ਨਹੀਂ, ਅਸੀਂ ਫਿਰ ਕਿਹਾ ਸੀ ਪੁਲਿਸ ਨੂੰ ਵੀ ਚੈੱਕ ਦੇ ਜ਼ਿੰਮੇਵਾਰ ਹੋ ਜਾਓ ਤੁਸੀਂ, ਉਹ ਕਹਿੰਦੇ ਵੀ ਅਸੀਂ ਚੈੱਕ ਦੇ ਜ਼ਿੰਮੇਵਾਰ ਕਿਉਂ ਹੋ ਜੀ। ਚੈੱਕ ਉਹਨਾਂ ਨੇ ਸਿੱਧਾ ਤੁਹਾਨੂੰ ਦਿੱਤਾ ਕਿ ਕਿਵੇਂ ਪੁਲਿਸ ਵਾਲਿਆਂ ਨੂੰ? ਅਸੀਂ ਲਿਆ ਹੀ ਨਹੀਂ, ਕਹਿ ਰਹੇ ਸੀ ਹਜੇ, ਅਸੀਂ ਕਿਹਾ ਵੀ ਨਹੀਂ, ਇਹ ਗੱਲਾਂ ਹੀ ਸੀ ਹਜੇ, ਸਾਨੂੰ ਕੁਝ ਨਹੀਂ ਕਿਹਾ ਸੀ। ਸਾਨੂੰ ਕਹਿੰਦੇ ਸੀ ਵੀ ਦੇ ਦਿੰਦੇ ਆ ਚੈੱਕ, ਅਸੀਂ ਕਿਹਾ ਵੀ ਚੈੱਕ ਤਾਂ ਅੱਗੇ ਸਾਨੂੰ 3 ਦਿੱਤੇ ਸੀ, ਇੱਕ ਕੀ ਅਸੀਂ ਚੈੱਕ ਤਾਂ ਸਾਨੂੰ 20 ਲੱਖ ਦਾ ਵੀ ਦੇਣ, ਅਸੀਂ ਉਹ ਤੇ ਕੋਈ ਵਿਸ਼ਵਾਸ ਨਹੀਂ ਵੀ ਚੈੱਕ ਹੀ ਰਹਿ ਜਾਂਦਾ, ਅਸੀਂ ਨਹੀਂ ਲੈਣਾਗਾ। ਅਸੀਂ ਉਹਨਾਂ ਨੂੰ ਜਵਾਬ ਦਿੱਤਾ, ਫਿਰ ਅਸੀਂ ਕਰਵਾਈ ਹੈ, ਹਜੇ ਵੇਖੋ ਹੁਣ ਕੱਲ੍ਹ ਤੱਕ ਕੀ ਕਾਰਵਾਈ ਹੁੰਦੀ ਮੈਂ ਹੈ। ਇੱਕ ਹੋਰ ਚੀਜ਼ ਐਡ ਕਰਨਾ ਚਾਹੂੰਗੀ ਪਲੀਜ਼। ਜਦੋਂ ਆਪਾਂ ਚਲਾਨ ਕੱਟਦੇ ਆ ਨਾ, ਸਰਕਾਰ ਨੂੰ ਆਪਾਂ ਪੈਸਾ ਦਿੰਦੇ ਆ, ਉਹਨੂੰ ਫਾਈਨ ਬੋਲਦੇ ਆ ਨਾ, ਆਪਾਂ ਪੇ ਕਰਦੇ ਆ। ਕੀ ਆਪਾਂ ਸਰਕਾਰ ਨੂੰ ਚੋਰ ਕਹਿੰਦੇ ਆ? ਕਿ ਆਪਾਂ ਸਰਕਾਰ ਨੂੰ ਕੀ ਕਹਿੰਦੇ ਆ? ਆਪਾਂ ਪੇ ਕਰਦੇ ਆ ਨਾ। ਸੋ ਇਸੇ ਤਰ੍ਹਾਂ ਆਪਾਂ ਕਿਸੇ ਨੂੰ ਵੀ ਲਾਸ ਕਰਾਂਗੇ, ਆਪਾਂ ਆਪਣਾ ਮੋਨਿਟਰੀ ਕਰਾਂਗੇ ਨਾ, ਠੀਕ ਆ। ਜਦੋਂ ਅਸੀਂ ਕਿਹਾ ਗਿਆ ਕਿ ਸਾਡਾ ਇੰਨਾ ਇੰਟਰਸਟ ਪੇ ਕਰ ਰਹੇ ਹਾਂ, ਜੋ ਤੁਸੀਂ FD ਕਰਾਈ ਹੈ ਕਹਿੰਦਾ। ਕਿਹਨੇ ਬੋਲਿਆ? ਇਹ DSP ਸਰ ਦੀ ਵਰਡਿੰਗ ਹੈ, ਤੁਸੀਂ FD ਕਰਾਈ ਹੈ, ਤੁਹਾਨੂੰ ਇੰਟਰਸਟ ਕਿਉਂ ਚਾਹੀਦਾ? ਮਤਲਬ ਇਹ ਲਾਸਿਸ ਹੁੰਦੇ ਹੈ, ਇਹ FD ਵਾਲਾ ਵਰਡ ਨਹੀਂ ਬੋਲ ਸਕਦੇ ਤੁਸੀਂ, ਇਹ ਲਾਸਿਸ ਹੈ। ਸਾਡਾ ਐਕਸੀਡੈਂਟ ਹੋਇਆ, ਛੱਡੋ ਇੰਨੀ ਪੇ ਕਰ ਸਕਦੇ ਹੈ ਨਾ। ਸਾਡਾ ਐਕਸੀਡੈਂਟ ਹੋਇਆ, XUV ਦਾ ਜਿਹੜਾ 30-40 ਹਜ਼ਾਰ ਖਰਚਾ ਆਇਆ ਉਸ 'ਤੇ, ਇੱਕ ਨਹੀਂ 2 ਵਾਰੀ ਹੋਇਆ। ਪਹਿਲਾਂ ਮਾਈਨਰ ਸੀਗਾ, ਹੁਣ ਚਲੋ ਮੇਜਰ ਹੀ ਹੋ ਗਿਆ, ਧੁੰਦ ਕਰਕੇ ਨਾ ਸਾਨੂੰ ਟਰੈਵਲ ਹੋਣਾ ਪਿਆ। ਮੈਂਟਲ ਹਰਾਸਮੈਂਟ ਵੀ ਹੋਈ ਹੈ? ਫਿਜ਼ੀਕਲ ਹੋਇਆ, ਬੱਚਾ ਮੇਰਾ ਵੱਜਿਆ ਉਹਦੇ ਡੈਸ਼ਬੋਰਡ 'ਚ ਔਰ ਡੈਡਲੀ ਸੀਗਾ ਉਹ, ਠੀਕ ਹੈ। ਪਰ ਮੈਂ ਇਹ ਗੱਲ ਜ਼ਰੂਰ ਐਡ ਕਰਨਾ ਚਾਹੂੰਗੀ ਕਿ ਰਾਤ ਸਾਰਾ ਰੁਲੇ ਇਹ ਉੱਥੇ, ਅਸੀਂ ਉੱਥੋਂ ਹਬੋਰ ਤੋਂ ਚੱਲ ਕੇ ਇਹਨਾਂ ਨੂੰ ਫਿਰ ਦੁਬਾਰਾ ਦੂਸਰੀ ਗੱਡੀ ਦੇ ਵਿੱਚ ਲੈਣ ਆਏ। ਭਵਾਨੀਗੜ੍ਹ ਹੋਇਆ ਸੀਗਾ, ਜਾ ਕੇ ਉੱਥੋਂ ਉਹਨਾਂ ਦੇ SHO ਤੋਂ ਵੀ ਪਤਾ ਕਰ ਸਕਦੇ ਆ। ਉਹ ਵੀ ਅਸੀਂ 3 ਮਹੀਨਿਆਂ ਤੋਂ ਹੁਣ ਗੱਡੀ ਠੀਕ ਕਰਾਈ ਹੈ, ਕਿਉਂਕਿ ਬੰਦੇ ਕੋਲ ਇੰਨੇ ਪੈਸੇ ਹੈ ਨਹੀਂ, ਕਿਉਂਕਿ ਸਾਡੇ ਕੋਲੇ ਕਿਹੜਾ ਮਸ਼ੀਨ ਹੈ ਵੀ ਅਸੀਂ ਕੱਢੇ ਤੇ ਚੱਲ ਠੀਕ ਕਰਾਈ ਤੇ ਕਿਰਾਇਆ। ਮੈਂ ਇਹੀ ਕਹਿਣਾ ਚਾਹ ਰਹੀ ਸੀ ਕਿ ਤੁਸੀਂ, ਮੈਂ ਹੁਣ ਇਹਨੂੰ ਜੇ ਆਪਾਂ ਪੁਲਿਸ ਨੂੰ ਆਪਾਂ ਕਵਾਂਗੇ ਆਪਾਂ ਲਾਸਿਸ ਤਾਂ ਪੂਰੇ ਕਰਾਂਗੇ,
ਤੁਸੀਂ ਸਾਡਾ ਟਾਈਮ ਨਹੀਂ ਦੇ ਸਕਦੇ, ਸਾਡੀ ਤੁਸੀਂ ਐਜੂਕੇਸ਼ਨ ਜਿਹੜਾ ਗੈਪ ਹੋ ਗਿਆ ਉਹਨੂੰ ਤੁਸੀਂ ਪੇ ਕਰ ਸਕਦੇ, ਤੁਸੀਂ ਮੋਨਿਟਰੀ ਟਰਮਸ ਤੇ ਫਾਈਨ ਤਾਂ ਦਵੋਗੇ ਨਾ, ਪੈਨਲਟੀ ਤਾਂ ਦਵੋਗੇ। ਐਟਲੀਸਟ ਜਿਹੜੀ ਜ਼ਲਾਲਤ ਸਾਨੂੰ ਝੱਲਣੀ ਪਈ ਹੈ ਉਸ ਦਾ ਹਰਜਾਨਾ ਉਹ ਤਾਂ ਅਣਮੁੱਲੀ ਹੈ, ਉਸ ਦਾ ਹਰਜਾਨਾ ਕੌਣ ਭਰੇਗਾ? ਪਰ ਫਿਰ ਵੀ ਜੇ ਆਪਾਂ ਉਹਨੂੰ ਕਹੀਏ ਛੋਟੀ ਅਮਾਉਂਟ 'ਚ ਜੇ ਆਪਾਂ ਸੈਟਲ ਕਰ ਰਹੇ ਹਾਂ ਤਾਂ ਉਹ ਕਿਉਂ ਕਹਿ ਰਹੇ ਆ, ਆਫੀਸਰਸ ਕਿਉਂ ਕਹਿ ਰਹੇ ਆ ਕਿ ਸੈਟਲਮੈਂਟ ਕੌਣ ਕਰਵਾ ਰਿਹਾ ਸੀ? ਡੀਐਸਪੀ ਸਰ, ਠੀਕ ਹੈ, ਤੇ ਉਹ ਐਫਆਈਆਰ ਵਾਸਤੇ ਬੋਲਿਆ ਸੀ ਏਡੀਜੀਪੀ ਸਾਹਿਬ ਨੇ, ਉਹ ਨਹੀਂ ਉਹਨਾਂ ਨੇ ਕੀਤਾ। ਉਹਦੀ ਤਾਂ ਗੱਲ ਵੀ ਨਹੀਂ ਹੋਈ। ਤੁਸੀਂ ਹੁਣ ਦੇ ਕੇ ਆਏ ਹੋ ਐਪਲੀਕੇਸ਼ਨ? ਦੋ ਡੀਐਸਪੀ ਸਰ ਨੇ ਪ੍ਰੈਸ਼ਰਾਈਜ਼ ਤੁਹਾਨੂੰ ਨਹੀਂ ਕੀਤਾ ਕੰਪਰੋਮਾਈਜ਼ ਕਰਨ ਲਈ, ਮੈਂ ਸੱਚੀ ਦੱਸਾਂ ਤਾਂ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਕੰਪਲੇਂਟ ਲਿਖ ਦਿਓ। ਫਿਰ ਤੁਹਾਨੂੰ ਪਤਾ ਹੀ ਟਾਈਮ ਹੋ ਗਿਆ 5:30-6 ਵਜੇ ਕਹੀ ਗਈ ਇਹ ਗੱਲ, ਤੁਹਾਨੂੰ ਪਤਾ ਫਿਰ ਗਵਰਨਮੈਂਟ ਨੇ ਬੰਦ ਵੀ ਹੋਣਾ ਆਫਿਸਿਸ ਨੇ, ਤਾਂ 6 ਵਜੇ ਕਹੀ ਗੱਲ, ਮੈਨੂੰ ਲੱਗਦਾ ਕੋਈ ਤਾਂ ਮੈਟਰ ਹੋਏਗਾ, ਮਤਲਬ ਅਸੀਂ ਕੱਲ ਲਈ ਵੀ ਹੈਂਗ ਹੋ ਗਏ। ਤੁਸੀਂ ਆਲਰੇਡੀ 48 ਘੰਟੇ ਇੱਥੇ ਤੁਸੀਂ ਫਸੇ ਹੋਏ ਹੋ, ਹਾਲੇ ਤੱਕ ਸੁਣਵਾਈ ਨਹੀਂ ਹੋਈ, ਤੁਸੀਂ ਐਫਆਈਆਰ ਦੀ ਉਮੀਦ ਲਾ ਕੇ ਬੈਠੇ ਹੋ, ਤੁਸੀਂ ਬਿਆਨ ਵੀ ਦੇ ਕੇ ਆਏ ਹੋ ਐਫਆਈਆਰ ਵਾਸਤੇ? ਯੈਸ ਅੱਜ ਦੇ ਕੇ ਆਏ ਹਾਂ, ਪਾਪਾ ਨੇ ਹੈਂਡ ਰਿਟਨ ਲਿਖਿਆ, ਠੀਕ ਹੈ, ਮੈਂ ਹੀ ਲਿਖਿਆ, ਇਨਫੈਕਟ ਮੇਰਾ ਬਿਆਨ ਸੀ, ਠੀਕ ਹੈ, ਤੇ ਪਰ ਲੈਟਸ ਸੀ ਲਿਖਿਆ ਹੀ ਹੈ ਹਜੇ। ਉਹ ਜਿਹੜੇ ਡੋਰ ਕੀਪਰ ਜਿਹੜੇ ਪੁਲਿਸ ਸਟੇਸ਼ਨ 'ਚ ਹੁੰਦੇ ਆ, ਆਪਾਂ ਉਹਨੂੰ ਦੇ ਕੇ ਆਏ ਕਿਉਂਕਿ ਆਫਿਸ ਬੰਦ ਹੋ ਚੁੱਕਿਆ ਸੀਗਾ, ਸਾਰੇ ਜਾ ਚੁੱਕੇ ਸੀ, ਉਹਨਾਂ ਨੇ ਕਿਹਾ ਕਿ ਇਹਨੂੰ ਦੇ ਦਿਓ ਲਿਖ ਕੇ। ਇਹ ਮੈਨੂੰ ਸਮਝ ਨਹੀਂ ਆਈ ਹੈ ਕਿਵੇਂ ਦਾ ਸਿਸਟਮ ਹੈ ਜਾਂ ਕਿਵੇਂ ਦਾ। ਤੁਸੀਂ ਕਿਸੇ ਨੂੰ ਸੁਜੈਸ਼ਨ ਦੇਣਾ ਚਾਹੋਗੇ, ਕਿਉਂਕਿ ਇਹਦੀ ਐਡ ਵੀ ਬਹੁਤ ਜ਼ਿਆਦਾ ਆਉਂਦੀ ਹੈ, ਜਾਂ ਵੀ ਕੋਈ ਬੰਦਾ ਜੇ ਕਿਸੇ ਨੇ ਆਣਾ ਹੋਵੇ ਵੀਜ਼ਾ ਵੂਜ਼ਾ ਲਵਾਉਣ ਦੇਖ ਕੇ ਕਿਤੇ? ਮੈਂ ਸਮਝਦੀ ਹਾਂ ਇਹ ਪ੍ਰਵਚਨ ਅੱਛੇ ਦਿੰਦਾ ਹੈ, ਜਿਵੇਂ ਰਾਮ ਰਹੀਮ ਜਿੱਥੇ ਜਗ੍ਹਾ ਤੇ ਬੈਠਾ ਨਾ, ਠੀਕ ਹੈ, ਉਹ ਮੈਂ ਕਹਿੰਦੀ ਹਾਂ ਕਿ ਇਹ ਬਾਕੀ ਰੈਸਟ ਇਜ਼ ਆਲ ਕੰਟਰੋਵਰਸ਼ੀਅਲ ਪਰਸਨੈਲਿਟੀ ਹੈ, ਇਹ ਨਾਟ ਕੰਟਰੋਵਰਸ਼ੀਅਲ, ਈਵਨ ਸਾਈਕੋਪੈਥ ਹੈ, ਇਹ ਬਹੁਤ ਸ਼ੂਗਰ ਕੋਟਡ ਹੈ, ਬਸ ਜਸਟ ਸਟੇ ਅਵੇ। ਗੁਰਮੁਖ ਸਿੰਘ ਵਾਲੀਆ ਤੁਸੀਂ ਸੁਜੈਸ਼ਨ ਦਿਓਗੇ ਕਿਸੇ ਨੂੰ ਆਓ ਇੱਥੇ? ਹਾਂ, ਮੈਂ ਬਿਲਕੁਲ ਸੁਜੈਸ਼ਨ ਦਊਂਗੀ ਕਿ ਪਲੀਜ਼ ਇਹਦੇ ਦੂਰੋਂ ਦੂਰੋਂ ਤੱਕ ਇਹਦੇ ਦਾਇਰੇ ਤੋਂ ਡਾਇਮੀਟਰ ਲਗਾ ਲਿਓ, ਪਲੀਜ਼ ਇਹਦੇ ਦੂਰੋਂ ਨਿਕਲ ਜਾਓ ਬਿਨਾਂ ਦੇਖੇ ਇਸ ਇਨਸਾਨ ਨੂੰ, ਬਿਕਾਜ਼ ਹੀ ਇਜ਼ ਸੋ ਕੈਮੇਲੀਅਨ, ਗਿਰਗਿਟ ਹੈ ਉਹ ਸਿਰਫ ਰੰਗ ਉਦੋਂ ਬਦਲਦਾ ਜਦੋਂ ਉਹਦੇ ਸਿਰ ਤੇ ਜਾਂ ਤਾਂ ਕੈਮਰਾ ਜਾਂ ਕੋਈ ਅਫੀਸ਼ੀਅਲ ਹੁੰਦਾ ਹੈ, ਅਦਰਵਾਈਜ਼ ਹੀ ਇਜ਼ ਜਰਕ, ਮਤਲਬ ਉਹ ਇੰਨਾ ਰੂਡ ਬੰਦਾ ਹੈ, ਇੰਨਾ ਗੰਦਾ ਬੋਲਦੀ ਲੈਂਗੁਏਜ ਉਹਦੀ, ਇੰਨੀ ਗੰਦੀ ਲੈਂਗੁਏਜ ਹੈ, ਪੰਜਾਬੀ ਜਿਹੜੀ ਮਰਜ਼ੀ ਗਾਲ ਕਢਾ ਲਓ ਉਸ ਤੋਂ, ਮਤਲਬ ਪਰ ਔਨ ਕਾਲ ਜਾਂ ਅਫੀਸ਼ੀਅਲ ਦੇ ਸਾਹਮਣੇ ਇੰਨਾ ਕੁ ਸ਼ੂਗਰ ਕੋਟਡ ਹੈ। ਭਾਈ ਛੋਟਾ ਭੈਣ ਭਾਈ ਉਦੋਂ ਕਿੱਥੇ ਜਦੋਂ ਸਾਡਾ ਐਕਸੀਡੈਂਟ ਹੋਇਆ ਸੀਗਾ, ਹੁਣ ਉਹਨੂੰ ਛੋਟੇ ਭਾਈ ਭੈਣ ਯਾਦ ਆ ਰਹੇ ਆ, ਜਦੋਂ ਧਮਕੀ ਦਿੱਤੀ ਉਹ ਛੋਟੇ ਭਾਈ ਨੂੰ ਧਮਕੀ ਦਿੰਦਾ ਹੈ ਬਈ ਭਾਈ। ਮਤਲਬ ਤੁਸੀਂ ਕਦੇ ਆਪਣੇ ਹਸਬੈਂਡ ਨੂੰ ਕਿਹਾ ਨਹੀਂ ਵੀ ਤੁਹਾਡਾ ਤੁਸੀਂ ਲਾਮਾ ਨਹੀਂ ਮਾਰਿਆ, ਤੁਹਾਡਾ ਮਹਿਕਮੇ ਤੇ ਤੁਸੀਂ ਹੋ ਕੇ ਤੁਹਾਡਾ ਮਹਿਕਮਾ ਤੁਹਾਡੀ ਹੀ ਨਹੀਂ ਸੁਣਦਾ? ਲਾਂਭਾ ਤਾਂ ਕਿਹਦੇ ਨੇ, ਪੁਲਿਸ ਮਹਿਕਮੇ ਦਾ ਪਤਾ ਹੀ ਹੁੰਦਾ, ਕਿਉਂਕਿ ਮੈਨੂੰ ਵੀ 29 ਸਾਲ ਹੋ ਗਏ ਆ, ਸਾਡੀ ਮੈਰਿਜ ਹੋਈ ਨੂੰ 29 ਸਾਲ ਹੋ ਗਏ ਆ, ਪੁਲਿਸ ਮਹਿਕਮੇ ਦੇ ਵਿੱਚ ਹੀ ਰਹਿੰਦੇ ਆ। ਲੇਕਿਨ ਜਿਹੜਾ 2.5 ਸਾਲਾਂ ਦਾ ਤੁਸੀਂ ਹੁਣ ਐਕਸਪੀਰੀਅੰਸ ਖੱਟਿਆ ਹੋਣਾ ਹੈ, ਉਹ ਮੇਰੇ ਖਿਆਲ 'ਚ ਪਹਿਲਾਂ ਸਾਡੇ 25 ਸਾਲਾਂ 'ਚ ਨਹੀਂ ਖੱਟਿਆ ਹੋਣਾ। ਅਸੀਂ ਇਸ ਗੁਰਮੁਖ ਵਾਲਗੇ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਂ, ਜਿਹਨੇ ਸਾਨੂੰ ਥਾਣੇ ਵੀ ਦਿਖਾਤੇ ਤੇ ਚੰਡੀਗੜ੍ਹ ਵੀ ਦਿਖਾਤਾ, ਕਿਉਂਕਿ ਲੋਕ ਹੋਰ ਵੀ ਕੀ ਪਤਾ ਚੰਡੀਗੜ੍ਹ ਦੇਖਣ ਤੋਂ ਤਰਸਦੇ ਹੋਣ, ਤੇ ਹੁਣ ਤਾਂ ਸਾਨੂੰ ਚੰਡੀਗੜ੍ਹ ਐ ਲੱਗਦਾ ਜਿਵੇਂ ਅਸੀਂ ਮਲੋਟ ਜਾ ਰਹੇ ਹਾਂ, ਕਿਉਂਕਿ ਜਦੋਂ ਆਪਦੇ ਪੈਸੇ ਦੀ ਖਾਤਰ ਆਉਣਾ ਪੈਂਦਾ ਹੁੰਦਾ ਵੀ ਆ ਜਾਓ ਚੈੱਕ ਦਿਨਾ, ਅਸੀਂ ਭੱਜੇ ਆਉਨੇ ਆ, ਫਿਰ ਦਿੰਦਾ ਕੁਝ ਵੀ ਨਹੀਂਗਾ, ਪਾਗਲ ਬਣਾਉਂਦਾ। ਤੇ ਹੋਰ ਵੀ ਬੰਦੇ ਇਹ ਤੋਂ ਪਾਗਲ ਨਾ ਬਣ, ਇਹ ਕੁਝ ਵੀ ਨਹੀਂ ਦਿੰਦਾ, ਅਸੀਂ ਹੋਰ ਤੋਂ ਚੱਲ ਕੇ ਇੱਥੇ ਆਉਨੇ ਆ, ਕੋਈ ਅਸੀਂ ਇਹ ਨਹੀਂ ਵੀ ਇਕੱਲੀ ਐਡ ਕਰਾਉਣੇ ਆ, ਵੀ ਕੋਈ ਹੁੰਦਾ ਵੀ ਅਗਲਾ ਆ ਕੇ ਐਡ ਕਰਾਉਂਦਾ ਵੀ ਪਤਾ ਨਹੀਂ ਆਵਣ ਠਾਕਰ ਦਾ ਮਸ਼ਹੂਰੀ ਕਰਨ ਵਾਸਤੇ, ਨਹੀਂ ਅਸੀਂ ਆਪਦੇ ਦੁੱਖ ਰੋ ਰਹੇ ਹਾਂ। ਹਾਂ, ਅਸੀਂ ਦੁੱਖ ਰੋ ਰਹੇ ਹਾਂ ਵੀ ਇਹ ਸਾਡੀਆਂ ਸੱਚੀਆਂ ਗੱਲਾਂ ਹੈ, ਅਸੀਂ ਕੋਈ ਰਿਪੋਰਟ ਨਹੀਂ ਇਹਦੇ ਵਿੱਚ ਕਰ ਰਹੇ ਹੈਗੇ, ਬਿਕੋਜ਼ ਅਸੀਂ ਗਲਤ ਐਡ ਨਹੀਂ ਕਰ ਰਹੇ ਹੈਗੇ, ਹੱਡ ਬੀਤੀ ਦੱਸੀ ਹੈ ਅਸੀਂ। ਅਸੀਂ ਹੁਣ ਏਡੀਜੀਪੀ ਸਾਹਿਬ ਤੋਂ ਇਹ ਉਮੀਦ ਰੱਖਦੇ ਹਾਂ ਵੀ ਇਹ ਬੰਦਾ ਸਲਾਖਾਂ ਪਿੱਛੇ ਜਾਵੇ, ਪੂਰੀ ਕੈਦ ਕੱਟੇ ਔਰ ਪੂਰਾ ਸਾਡੀ ਪੇਮੈਂਟ ਵੀ ਸਾਨੂੰ ਮਿਲੇ। ਕੌਣ ਬੰਦਾ? ਗੁਰਮੁਖ ਸਿੰਘ ਵਾਲੀਆ, ਜਬ ਸਟੱਡੀ। ਸਾਰੇ ਦਫ਼ਤਰ ਵੀ ਬੰਦ ਹੋਣੇ ਚਾਹੀਦੇ ਆ, ਵੀ ਕਿਉਂ ਇਹ ਖੁੱਲੇ ਹੋਣ, ਸਰਕਾਰ ਨੂੰ ਨਹੀਂ ਦਿਸਦਾ ਐਵੇਂ ਵੀ ਜਿਹੜੇ ਬੰਦੇ ਨੂੰ ਕੋਈ ਬੋਲਣ ਦੀ ਅਕਲ ਨਹੀਂ ਗੀ ਤੇ ਉਹਨੂੰ ਕਿਉਂ ਲਾਇਸੈਂਸ ਦਿੰਦੇ ਆ। ਉਦੋਂ ਦਾ ਪੜੀ ਦੁਨੀਆ ਬਹੁਤ ਫਿਰਦੀ ਹੈ, ਕਿਸੇ ਨੂੰ ਚੰਗੇ ਬੰਦੇ ਨੂੰ ਦੇਣ ਜਿਹੜਾ ਕੋਈ ਕਿਸੇ ਨੂੰ ਚੰਗਾ ਗਾਈਡ ਕਰੇ, ਐਵੇਂ ਇਹ ਪੈਸੇ ਠੱਗਣ ਵਾਸਤੇ ਤਾਂ ਬੜਾ ਮਿੱਠਾ ਹੋ ਜਾਂਦਾ, ਬਾਅਦ 'ਚ ਇਹਦੇ ਕੋਲੇ ਬੋਲਣ ਦੀ ਇਹਨੂੰ ਇੱਕ ਪੈਸੇ ਦੀ ਅਕਲ ਨਹੀਂ। ਇਹ ਹੁਣ ਅੱਜ ਮੈਨੂੰ ਮਾਤਾ ਭੈਣ ਜੀ ਬੜਾ ਬੋਲਦਾ ਵੀ ਪਲੀਜ਼ ਤੁਸੀਂ ਕਿਤੇ ਨਾ ਜਾਓ, ਅੱਜ ਪਲੀਜ਼ ਤੈਨੂੰ ਪਤਾ ਲੱਗ ਗਿਆ ਅਸੀਂ ਕਿਉਂ ਲਈਏ। ਅੱਜ ਜਦੋਂ ਉਸ ਬੰਦੇ ਨੂੰ ਪਤਾ ਲੱਗ ਗਿਆ ਵੀ ਇਹ ਐਫਆਈਆਰ ਦਰਜ ਕਰਵਾਉਣ ਗਏ ਆ, ਔਰ ਉਹਨਾਂ ਨੇ ਸਾਨੂੰ ਕਾਲ ਕੀਤੀ ਵੀ ਜਿੰਨੇ ਪੈਸੇ ਤੁਸੀਂ ਕਹਿੰਦੇ ਹੋ, ਮੈਂ ਯਾਰ ਕਹਿੰਦੇ ਨੂੰ ਅਸੀਂ ਕੋਈ ਮੰਗਦੇ ਆ ਜਾਂ ਅਸੀਂ ਤੇਰੇ ਤੋਂ ਵੱਧ ਲੈ ਲਈਏ ਕੁਛ, ਮੈਂ ਵੀ ਹੁਣ ਤਾਂ ਤੂੰ 50 ਲੱਖ ਵੀ ਦੇਵੇਂ ਅਸੀਂ ਨਹੀਂ ਲੈਂਦੇ, ਏਡੀਜੀਪੀ ਸਾਹਿਬ ਦੇ ਮੇਜ਼ ਤੇ ਹੀ ਜਿਹੜਾ ਫੈਸਲਾ ਅਸੀਂ ਚਾਹਾਂਗੇ, ਅਸੀਂ ਤੇਰੀ ਗੱਲ ਨਹੀਂ ਇੱਕ ਵੀ ਮੰਨੀ, ਆਖੇ ਬਾਰ-ਬਾਰ ਆਪਾਂ ਮਿਲ ਲਾਂਗੇ, ਅਸੀਂ ਵੀ ਨੋ ਕਹਿੰਦਾ ਹਾਂ ਸੜਕ ਤੇ ਮਿਲਣ ਨੂੰ ਤਿਆਰ ਹੈ ਮੈਂ, ਪਰ ਡੀਜੀਪੀ ਦੇ ਦਫ਼ਤਰ ਨਹੀਂ ਜਾਣਾਗਾ। ਵੀ ਇਹ ਬੰਦਾ ਡਰਿਆ ਵੀ ਬਹੁਤ ਹੈ, ਕਿਉਂਕਿ ਡਰਨਾ ਇਹਨੂੰ ਤਾਂ ਪਿਆ ਵੀ ਇਹਨਾਂ ਨੇ ਵੇਖ ਲਓ 350 ਕਿਲੋਮੀਟਰ ਤੋਂ ਬੰਦੇ ਨੇ ਤੇ ਸਾਰੇ ਪਰਿਵਾਰ ਨੇ ਅਸੀਂ ਮਿਲ ਕੇ ਵੀ ਹਾਰ ਨਹੀਂ ਮੰਨੀਗੀ ਹਜੇ ਤੱਕ, ਤੇ ਨਾ ਹੀ ਮੰਨਣੀ ਹੈ, ਇਹ ਸਾਨੂੰ ਹਾਰ ਮਨਾਉਣੀ ਚਾਹੁੰਦਾ ਹੈ,
ਸੀਗਾ ਬਹੁਤ ਵੀ ਇਹਨੇ ਸਾਡੇ ਫੋਨ ਤੁਹਾਡੇ ਵਰਗੇ ਆਂਟੀ ਜੀ ਹੋਰ ਵੀ ਬੜੇ ਹੋਣੇ ਨੇ ਫਿਰ ਤਾਂ। ਬਹੁਤ ਇਹਦੇ ਅਸੀਂ ਜਦੋਂ ਅਸੀਂ ਚੈੱਕ ਬਾਉਂਸ ਲਾਏ ਨਾ ਉਹਨਾਂ ਨੇ ਬਹੁਤ ਵੱਡੀ ਲਿਸਟ ਕੱਢੀ। ਅਸੀਂ ਕਿਹਾ ਉਹਨਾਂ ਨੂੰ ਵੀ ਸਾਨੂੰ ਇਹਦੀ ਦੇ ਦਿਓ ਸਟੇਟਮੈਂਟ। ਉਹ ਕਹਿੰਦੇ ਅਸੀਂ ਦੇ ਨਹੀਂ ਸਕਦੇ। ਆਪਾਂ ਨੂੰ ਵੀ ਪਤਾ ਵੀ ਨਹੀਂ ਦੇ ਸਕਦੇਗੇ। ਇਹ ਬਹੁਤ ਬੰਦਿਆਂ ਨਾਲ ਕਰਦਾ ਹੈ। ਬਾਕੀ ਜਦੋਂ ਤੁਹਾਨੂੰ ਦੱਸਿਆ ਹੀ ਹੈ, ਜਦੋਂ ਗੁਰਦੁਆਰੇ ਦਾ ਨਾਂ ਲੈ ਦਿੰਦਾ ਹੈ, ਮੇਰੇ ਵਰਗੀਆਂ ਮਾਵਾਂ ਹਰੇਕ ਨਹੀਂਗਾ ਬਹੁਤ ਡਰਦੀਆਂ ਹੈ ਵੀ ਪਤਾ ਨਹੀਂ ਵੀ ਆਪਾਂ ਗੁਰਦੁਆਰੇ ਚੜ ਗਏ ਤੇ ਸਹੁੰ ਪਾਤੀ ਤੇ ਪਤਾ ਨਹੀਂ ਕੀ ਹੋ ਜਾਣਾ। ਪਰ ਨਹੀਂ, ਕੁਝ ਨਹੀਂ ਹੁੰਦਾਗਾ। ਮੈਂ ਕਹਿੰਦੀ ਹਾਂ ਵੀ ਮੈਨੂੰ ਪਤਾ ਹੈ ਕੁਝ ਨਹੀਂ ਹੁੰਦਾ। ਜੇ ਅਸੀਂ ਸੱਚੇ ਹੈ ਤਾਂ ਕੁਝ ਨਹੀਂ ਹੁੰਦਾ। ਸੱਚੇ ਆ ਤਾਂ ਕੁਝ ਨਹੀਂ ਹੁੰਦਾ। ਜੇ ਝੂਠੇ ਆ ਤਾਂ ਆਪਾਂ ਨੂੰ ਪਤਾ ਹੀ ਹੈ ਵੈਸੇ ਵੀ। ਝੂਠਾ ਸੀ ਤਾਂ ਹੀ ਉਹਨੇ ਤੁਹਾਨੂੰ ਵਾਪਸ ਬੁਲਾ ਲਿਆ। ਹਾਂ, ਫਿਰ ਮੈਂ ਇਹਨੂੰ ਇਹ ਗੱਲ ਵੀ ਕਿਹਾ, ਮੈਂ ਕਿਹਾ ਵੀ ਤੈਨੂੰ 5 ਲੱਖ ਰੁਪਏ ਛੱਡਿਆ ਸੀ, ਤੂੰ ਆਪਦੇ ਬੇਟੇ ਨੂੰ ਚੜਾ। ਤੇ ਫਿਰ ਡਰ ਗਿਆ, ਕਹਿੰਦਾ ਮੈਂ ਕਿਉਂ ਚੜਾਵਾਂ, ਮੇਰਾ ਤਾਂ ਕੱਲਾ ਮੁੰਡਾ। ਤੇ ਮੈਂ ਕਿਹਾ ਮੇਰਾ ਵੀ ਕੱਲਾ ਜਿਗਰਾ ਹੁੰਦਾ ਹੈ, ਕੱਲੇ ਦੀ ਨਹੀਂ ਮੈਂ ਕਿਹਾ ਹੁੰਦੀ। ਪ੍ਰਮਾਤਮਾ ਨੇ ਕੱਲਾ ਦਿੱਤਾ, 2 ਬਣਾਤੇ। ਤੇ ਮੈਂ ਇਹ ਜਿਗਰਾ ਹੁੰਦਾ, ਤੂੰ ਜਿਗਰਾ ਕਰ। ਤੂੰ ਠੱਗੀ ਮਾਰੀਏ ਤਾਂ ਨਹੀਂ ਚੜਾ ਰਿਹਾਗਾ। ਠੱਗੀਆਂ ਮਾਰਾਂਗੇ ਤਾਂ ਆਪਾਂ ਕਿਤੇ ਵੀ ਨੁਕਸਾਨ ਖਾ ਸਕਦੇ ਹਾਂ। ਕਿਉਂਕਿ ਆਪਾਂ ਜੇ ਠੱਗੀ ਨਾ ਮਾਰਾਂਗੇ ਨਾ, ਹੱਕ ਦੀ ਸੱਚ ਦੀ ਕਮਾਈ ਖਾਵਾਂਗੇ। ਅਸੀਂ ਹੱਕ ਸੱਚ ਦੀ ਕਮਾਈ ਸਾਨੇ 29 ਸਾਲ ਮੇਰੇ ਮੈਰਿਜ ਨੂੰ ਹੋ ਗਏ ਆ, ਬੇਟਾ ਸਾਡਾ 25 ਸਾਲ ਦਾ ਹੋ ਗਿਆ। ਅਸੀਂ ਕਦੇ ਕਿਸੇ ਪੈਸਾ ਨਹੀਂ ਲਿਆ। ਸਾਡਾ ਉੱਥੇ ਜਾ ਕੇ ਰਿਕਾਰਡ ਚੈੱਕ ਕਰ ਸਕਦੇ ਆ ਹਬੋਰ ਦੇ ਵਿੱਚ। ਤੇ ਇਹਦਾ ਅਸੀਂ ਇੱਥੇ ਰਿਕਾਰਡ ਚੈੱਕ ਕਰੀਏ ਤਾਂ ਆਪਾਂ, ਮੈਂ ਕਹਿੰਦੀ ਆ ਵੀ ਕੋਈ 100 ਬੰਦਾ ਇੱਥੇ ਖੜਾ ਹੋਊਗਾ ਆਪਣੇ ਨਾਲ। ਤੁਸੀਂ ਦੇਖੋਗੇ ਅੱਜ ਜਦੋਂ ਖਬਰ ਫੈਲੇਗੀ ਨਾ ਤੇ ਤੁਹਾਨੂੰ ਬਹੁਤ ਕਾਲਾਂ ਆਉਣਗੀਆਂ, ਅਮਨਦੀਪ ਸਿੰਘ ਠਾਕਰ ਵੀ ਸਾਡਾ ਵੀ ਕਰਵਾ ਦੇ। ਭਾਈ ਜਦੋਂ ਨਾ ਇਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਲੱਗ ਰਿਹਾ ਵੀ ਆਪਾਂ ਫਰਾਡ ਦੇ ਵਿਕਟਿਮ ਹੋ ਚੁੱਕੇ ਹਾਂ, ਤੇ ਮੈਂ ਗੂਗਲ ਕੀਤਾ। ਪਹਿਲਾਂ ਹੀ ਡੀਲ ਕਰ ਰਹੇ ਸੀਗੇ, ਮੈਂ ਉਹਦੇ ਕੰਮ 'ਚ ਬਿਜ਼ੀ ਸੀਗਾ। ਜਦੋਂ ਮੈਂ ਗੂਗਲ ਕੀਤਾ, ਮੈਂ ਰਿਵਿਊ ਦੇਖੇ, ਸਾਰੇ ਰਿਵਿਊ ਫਰਾਡ ਹੈ। ਇਹ ਬੰਦੇ ਨੂੰ ਪਹਿਲਾਂ ਪੈਸੇ ਲੈਣ ਦੇ ਗਾਲਾਂ ਕੱਢਦੇ ਆ। ਜਦੋਂ ਦਿਖਾਇਆ ਤੇ ਇਹ ਤਾਂ ਰੋਣ ਲੱਗੀ। ਮੈਂ ਕਿਹਾ ਨਾ ਟੈਨਸ਼ਨ ਲਾ, ਕੋਈ ਨਹੀਂ, ਰੱਬ ਹੈਗਾ ਵੀ ਆਪਾਂ ਇਹਨੂੰ ਨਿਬੇੜ ਲਾਂਗੇ, ਕੋਈ ਨਹੀਂ, ਕਰ ਲਾਂਗੇ। ਜੋ ਇਹਨਾਂ ਗੱਲ ਕੀਤੀ, ਕਹਿੰਦਾ ਤੁਸੀਂ ਮੇਰੇ ਛੋਟੇ ਭਰਾ ਹੋ, ਤੁਹਾਡੇ ਪੈਸੇ ਕਿਤੇ ਨਹੀਂ ਗਏ। ਕਹਿੰਦਾ ਜੀ ਮੇਰਾ ਫਾਈਨੈਂਸਰ ਬਿਮਾਰ ਪਿਆ PGI, ਉਹ ਠੀਕ ਹੋ ਕੇ ਆ ਜਾਂਦਾ ਜੀ ਤੇ ਮੈਂ ਤੁਹਾਨੂੰ ਪੈਸੇ ਦੇਣਾ। ਹੁਣ ਉਹ ਬੰਦਾ ਇਹਨੂੰ ਇਹ ਕਹਿੰਦਾ ਜੀ ਉਹ ਮਰ ਗਿਆ ਬੰਦਾ, ਕਹਿੰਦਾ ਪਰ ਉਹਦੀ ਫਾਈਨੈਂਸਰ ਮਰ ਗਿਆ। ਹਾਂ, ਪਰ ਉਹ ਗੱਡੀ ਚੜਦਾ। ਹੁਣ ਗੱਡੀ ਚੜਦਾ। ਉਹਦੀ WhatsApp DP ਹਜੇ ਵੀ ਚੇਂਜ ਹੁੰਦੀ ਗੱਡੀ ਚੜੀ ਦੀ ਵੀ। ਉਹ WhatsApp ਹੁਣ ਵੀ ਚੇਂਜ ਕਰਦੇ ਜੀ। ਕਹਿੰਦਾ ਇਹ ਮੈਂ ਇਹਨੂੰ ਪੁੱਛੀ ਇਹ ਗੱਲ 2-3 ਮਹੀਨੇ ਪਹਿਲਾਂ ਜਦੋਂ ਇਹਨੇ 155 ਦਿੱਤਾ। ਮੈਂ ਕਿਹਾ ਜੀ ਉਹਦੀ DPਆਂ ਚੇਂਜ ਹੋਣੀਆਂ ਮਰੇ ਦੀਆਂ। ਕਹਿੰਦਾ ਜੀ ਉਹਦੀ ਫੈਮਿਲੀ ਉਹਨੂੰ ਮਿਸ ਕਰਦੀ ਹੋਊਗੀ, ਉਹ ਚੇਂਜ ਕਰ ਰਹੀ ਹੋਊਗੀ। ਮਤਲਬ ਕਿ ਇਹ ਇੰਨਾ ਥੱਲੇ ਗਿਰ ਕੇ ਵੀ ਕੋਈ ਬਹਾਨਾ ਲਾ ਸਕਦਾ ਹੈ। ਬਾਉਂਸ ਦੀ ਲਿਸਟ ਸੀਗੀ, ਜਿਹੜੇ ਬੈਂਕ ਵਿਜਲ ਸੀਗੇ ਉਹ ਮੇਰੇ ਨੌਨ ਸੀਗੇ ਜੀ। ਤੇ ਉਹ ਮੈਨੂੰ ਕਹਿੰਦੇ ਵੀ ਲਵਪ੍ਰੀਤ ਤੂੰ ਪੜ੍ਹਿਆ ਲਿਖਿਆ ਵੀ ਕਿਹਨਾਂ ਦੇ ਹੱਥ ਚੜ ਗਿਆ ਵੀ ਇਹ ਤਾਂ ਇਹਨਾਂ ਨੇ ਜਿਹੜਾ ਬੈਂਕ ਅਕਾਊਂਟ ਹੀ ਫਰਾਡ ਲਈ ਖੋਲ੍ਹਿਆ ਹੋਇਆ ਵੀ ਇਹ ਤੇ ਲਿਸਟ ਹੀ ਬੜੀ ਲੰਬੀ ਹੈ ਜਿੰਨੇ ਬਾਉਂਸ ਹੋਏ ਆ। ਮੈਂ ਉਹਨੂੰ ਕਿਹਾ ਲਿਸਟ ਦੇ ਸਕਦੇ ਹੋ, ਕਹਿੰਦੇ ਵੀਰੇ ਵੀ ਇਹ ਆਪਾਂ ਪਾਲਿਸੀ ਨਹੀਂ ਬੈਂਕ ਦੀ ਦੇ ਨਹੀਂ ਸਕਦੇ। ਉਹਨਾਂ ਦੱਸਤਾ ਵੀ ਬੰਦਾ ਇਹ 100% ਫਰਾਡ ਹੈ। 100% ਵੱਡੀ ਅਮਾਉਂਟਸ ਵਾਲੇ ਚੈਕਸ ਬਾਉਂਸ ਹੋਏ 100 ਮਤਲਬ ਕਿ ਬੈਂਕ ਵਾਲਿਆਂ ਨੇ ਵੀ ਇਹਨਾਂ ਨੂੰ ਦੱਸਿਆ ਵੀ 100% ਬੰਦਾ ਫਰਾਡ ਹੈ। ਲੇਕਿਨ ਹੈਰਾਨੀ ਵਾਲੀ ਗੱਲ ਹੈ DSP ਲੈਵਲ ਤੱਕ ਵੀ ਮੈਡਮ ਹੋਣੀ ਜਾ ਚੁੱਕੇ ਨੇ। ADGP ਸਾਹਿਬ ਤੋਂ ਉਮੀਦ ਜਾਗੀ ਕਿਉਂਕਿ ਉਹਨਾਂ ਨੇ ਪਹਿਲੀ ਵਾਰ 'ਚ ਹੀ ਕਹਿਤਾ ਵੀ ਸਾਡੇ ਮਹਿਕਮੇ ਦੇ ਬੱਚਿਆਂ ਨਾਲ ਵੀ ਠੱਗੀ ਮਾਰੀ ਹੈ। ਜਬ ਸਟੱਡੀ ਅਬਰਾਡ ਦੇ ਗੁਰਮੁਖ ਸਿੰਘ ਵਾਲੀਆ ਨੇ ਇਹਦੇ ਉੱਤੇ ਪਰਚਾ ਕਰੋ, ਪਰ 48 ਘੰਟੇ ਹੋ ਚੁੱਕੇ ਨੇ ਧੱਕੇ ਖਾਂਦਿਆਂ ਨੂੰ, ਪੁਲਿਸ ਵਾਲਿਆਂ ਨੂੰ ਆਪਣੇ ਮਹਿਕਮੇ ਦੇ ਹੀ ਥਾਣੇ ਦੇ ਵਿੱਚ 7 ਫੇਜ਼ ਦੇ ਵਿੱਚ। ਪਰ ਹੁਣ ਤੱਕ ਇਹਨਾਂ ਦੀ ਸੁਣਵਾਈ ਨਹੀਂ ਹੋਈ। ਥੱਕ ਹਾਰ ਕੇ ਹੁਣ ਇਹ ਇੱਕ ਬਿਆਨ ਦੇ ਕੇ ਆਏ ਨੇ FIR ਦਰਜ ਕਰਵਾਉਣ ਦੇ ਲਈ। ਪਰ ਹੁਣ ਵੀ ਪੁਲਿਸ ਸ਼ਹਿ ਦੇਏਗੀ ਅਜਿਹੇ ਠੱਗਾਂ ਨੂੰ, ਜਾਂ ਫਿਰ ਜਿਵੇਂ ਵੱਡੇ ਅਫਸਰ ADGP ਰਾਏ ਸਾਹਿਬ ਨੇ ਕਿਹਾ ਹੈ ਵੀ ਅਜਿਹੇ ਠੱਗਾਂ ਨੂੰ ਨੱਥ ਪਾਓ ਤੇ ਪਰਚਾ ਦਰਜ ਕਰੋ ਤਾਂ ਜੋ ਇੱਕ ਲੈਸਨ ਇਹਨਾਂ ਨੂੰ ਪੜ੍ਹਾਇਆ ਜਾ ਸਕੇ ਵੀ ਠੱਗੀ ਨਾ ਮਾਰਨ ਤੇ ਲੋਕਾਂ ਨੂੰ ਠੱਗਣਾ ਬੰਦ ਕਰਨ। ਲੇਕਿਨ ਪੁਲਿਸ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਘੱਟੋ ਘੱਟ ਆਮ ਲੋਕਾਂ ਦੀ ਤਾਂ ਚਲੋ ਗੱਲ ਛੱਡੋ, ਪਰ ਆਪਣੇ ਮਹਿਕਮੇ ਵਾਲਿਆਂ ਦੀ ਗੱਲ ਤਾਂ ਸੁਣੋ। ਘੱਟੋ ਘੱਟ ਉਦੋਂ ਜਦੋਂ ਸਾਰੇ ਤੱਥ ਇਹਨਾਂ ਦੇ ਹੱਕ ਦੇ ਵਿੱਚ ਬੋਲਦੇ ਹੋਣ। ਅਸੀਂ ਇਹ ਕਿਹੜਾ ਕੋਈ ਕਹਿ ਰਹੇ ਨੇ ਕਿ ਤੁਸੀਂ ਝੂਠੀ ਗੱਲ ਬਣਾਓ, ਤੁਸੀਂ ਤੱਥ ਦੇਖ ਕੇ ਤਾਂ ਘੱਟੋ ਘੱਟ ਉਸ ਠੱਗ ਤੇ ਕਾਰਵਾਈ ਕਰੋ। ਜੇਕਰ ਤੁਸੀਂ ਨਹੀਂ ਕਰਦੇ ਤਾਂ ਤੁਹਾਡੀ ਨੀਅਤ ਦੇ ਸਵਾਲ ਉੱਠਣੇ ਵੀ ਲਾਜ਼ਮੀ ਨੇ। ਪਰ ਜਿਵੇਂ ਵੱਡੇ ਅਧਿਕਾਰੀ, ਜਿਵੇਂ ਮੈਂ ਪਹਿਲਾਂ ਵੀ ਕਿਹਾ DGP ਸਾਹਿਬ ਨੇ ਕਿਹਾ ਹੈ ਕਿ ਪਰਚਾ ਹੋਣਾ ਚਾਹੀਦਾ ਹੈ, ਫਿਰ ਹੇਠਲੇ ਪੱਧਰ ਤੇ ਪਰਚਾ ਕਰਨ ਤੋਂ ਕਿਉਂ ਕਤਰਾ ਰਹੇ ਨੇ, ਇਹ ਵੱਡਾ ਸਵਾਲ ਹੈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਮੋਹਾਲੀ।